वाहेगुरु जी का खालसा वाहेगुरु जी की फतेह। मानवता दे राखे समुची कायनात दे मालक श्री गुरु ग्रंथ साहिब सच्चे पातशाह जी दी परम गोद विच बैठ करके आनंद प्राप्त कर रहे हो। आओ इन्हां घड़ियां नूं सतगुरां दे प्यार विच जोड़िए। इतिहास दे पावन प्रसंगां दे विचों आप जी ने सरवण कीता सी। दूजे पातशाह गुरु अंगद देव साहिब जी खडूर साहिब दी पावन धरती ते भाई बाला जी दे नाल मुखातब हो रहे हैं। सच्चे पातशाह ने बड़े अदब दे नाल पूछे है, गुरु नानक साहब सच्चे पातशाह जी की जन्म पत्री किवें प्राप्त हो सकती है? भाई बाला जी कहते सतगुरु गुरु नानक साहब जी के पिता जी चल वसे ने। सतगुरां दे चाचा लाल चंद लालू जी शरीरक तौर ते राय भोए दी तलवंडी अपने घर दे विच मौजूद हन, पर बजुर्ग बहुत ने। एक आस है तलवंडी दे विचों भव पत्री प्राप्त हो सकती है। गुरु अंगद देव महाराज जी ने जिस वेले सुनिया मन गदगद हो गया, बड़ी खुशी हुई, क्योंकि साहिब दे घर चों उस पातशाह उस प्यारे दी वो निशानी जो उन्हां दे अवतार ते तैयार की गई उन्हें प्राप्त करना चाहते हैं। लगता जिवें मिल गई होवे। इन्हां सारे प्रसंगां नूं बड़े विस्तार सहित आप जी ने सरवण कीता है। आओ जी सुरत नूं एकाग्रचित बनाइए, चलिए खडूर साहिब की पावन धरती ते जिथे गुरु अंगद देव महाराज भाई बाला जी दे नाल ऊंजे संगत विच बैठे ने। पाओ प्रेम की सांझ गज वज के आखो जी सतनाम श्री गुरु साहिब जी। सतनाम श्री साहिब जी। दोहर बृद्ध बैस बप बल बिना बीते बरख विशाल। गुरु नानक साहब की जोत गुरु अंगद देव पातशाह भाई बाला जी के सन्मुख बैठ करके, क्योंकि सारी रात हर कियां कथा कहानियां हुई ने। गुरु अंगद देव महाराज भाई बाले की शरण विच बैठ के सारी रात एक चौंगड़े ते कथा सुनते रहे। सुनन तो बाद अमृत वेले के दीवान विच पातशाह कहते ने, पुरखा किस तरीके दे नाल उस घर दे विचों भव पत्री प्राप्त हो सकती है? भव नाम है जन्म दा, पत्री नाम है कागज दा, बर्थ सर्टिफिकेट। उन्हां समय भाई बाला जी कहते महाराज थोड़ा मुश्किल लगता है, क्योंकि भाई लालू जी शरीर करके बजुर्ग ने, 90 साल तो उपर होने, ज्यादा हो सकते हैं। क्योंकि गुरु नानक साहब सच्चे पातशाह अवतार लैण तो बाद ज्योति जोत समा गए आ।
ਤੇ ਉਮਰ ਬਹੁਤ ਵੱਡੀ ਹੋਣੀ ਹੈ, ਅੰਦਾਜ਼ਨ 100 ਤੋਂ ਉੱਪਰ ਹੀ ਹੈ। ਇਸ ਕਰਕੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅੱਖਾਂ ਦੀ ਜੋਤ ਘਟ ਗਈ ਹੈ, ਸਰੀਰ ਬਜ਼ੁਰਗ ਹੈ, ਐਸ ਉਮਰ ਦੇ ਵਿੱਚ ਜਨਮ ਪੱਤਰੀ ਲੱਭਣੀ ਔਖਾ ਨਹੀਂ, ਨਾਮੁਮਕਿਨ ਹੈ। ਤਲਵੰਡੀ ਮਹਿ ਸਦਨ ਤਿਸ ਸੁਣਿਓ ਸ਼੍ਰਵਣ ਗੁਰ ਦਿਆਲ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਆ ਨਾ ਜਿਹੜਾ, ਉਹ ਤਲਵੰਡੀ ਸ਼ਹਿਰ ਦੇ ਵਿੱਚ ਵਿਚਕਾਰ ਹੈ। ਇੱਕੋ ਹੀ ਘਰ ਸੀ, ਇੱਕੋ ਹੀ ਵਿਹੜਾ ਸੀ, ਦੋ ਭਰਾ ਇੱਕੋ ਵਿਹੜੇ ਵਿੱਚ ਰਹਿੰਦੇ ਸੀ। ਕੱਚੇ ਘਰ ਨਹੀਂ ਸਨ ਪਟਵਾਰੀ ਜੀ ਦੇ, ਸਾਰਾ ਪਿੰਡ ਕੱਚਾ ਸੀ। ਕਲਿਆਣ ਚੰਦ ਜੀ ਦਾ ਵਿਹੜਾ ਪੱਕਾ ਸੀ, ਮਕਾਨ ਪੱਕੇ ਸੀ, ਕਿਉਂਕਿ ਸਮੇਂ ਦੇ ਪਟਵਾਰੀ ਨੇ, ਵੱਡੇ ਨੇ। ਦੋਨੋਂ ਭਰਾ ਇੱਕੋ ਘਰ ਵਿੱਚ ਰਹਿੰਦੇ ਆ, ਭਾਵ ਜੁਆਇੰਟ ਫੈਮਿਲੀ ਸੀ। ਆ ਤੇ ਰੁਝਾਨ ਜਿਹਾ ਹੁਣ ਚੱਲਿਆ 1990 ਤੋਂ ਬਾਅਦ ਅਲੱਗ-ਅਲੱਗ ਹੋਣ ਦਾ। ਇਹ ਤੋਂ ਪਹਿਲਾਂ ਤੇ ਪਰਿਵਾਰ, ਚਾਚੇ ਤਾਏ ਸਭ ਇਕੱਠੇ ਰਹਿੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਤੇ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਵੀ ਭਰਾ ਕਦੇ ਅਲੱਗ ਹੋ ਜਾਣਗੇ। ਜਿਵੇਂ ਬਚਪਨ ਵਿੱਚ ਭੈਣ ਭਰਾ ਇਕੱਠੇ ਰਹਿੰਦੇ ਆ ਨਾ, ਵਿਆਹਾਂ ਤੋਂ ਬਾਅਦ ਵੀ ਇੱਕੋ ਪਰਿਵਾਰ ਵੱਡਿਆਂ ਦੀ ਛਤਰ ਛਾਇਆ ਥੱਲੇ ਰਹਿੰਦੇ ਸੀ। ਲੱਗਦਾ ਸੀ ਇਹੀ ਪਰਿਵਾਰ ਹੈ। ਸੱਚੀ ਪਰਿਵਾਰ ਦਾ ਅਰਥ ਵੀ ਇਹੀ ਹੈ। ਪਰਿਵਾਰ ਦਾ ਅਰਥ ਹੁੰਦਾ ਹੈ ਘੇਰਾਬੰਦੀ, ਤੇ ਉਹ ਘੇਰਾਬੰਦੀ ਕਿਹਦੀ? ਆਪਣਿਆਂ ਦੀ ਹੈ। ਚਾਚੇ ਤਾਏ ਭੈਣ ਭਰਾ ਸਾਰੇ, ਹੁਣ ਤਾਂ ਹੀ ਤੇ ਪਰਿਵਾਰ ਬਣਦਾ ਹੈ। ਆਹ ਤੇ ਫੈਮਲੀਆਂ ਦੇ ਫੈਮਲੇ ਬਣੇ ਪਏ ਹੁਣ ਤੇ। ਪੁੱਛੋ ਕਿੰਨੇ ਆ ਜੀ? ਸਾਰੀ ਫੈਮਿਲੀ ਆਵਾਂਗੇ, ਗੱਡੀ 'ਚ 2 ਜਣੇ ਆ ਜਾਂਦੇ, ਬਸ ਇੰਨੀ ਸੀ। ਅੱਗੇ ਪਰਿਵਾਰ ਸਨ ਵੱਡੇ, ਤੇ ਭਾਈ ਲਾਲੂ ਹੁਣ ਪਰਿਵਾਰ ਦੇ ਮੁਖੀਏ ਨੇ, ਕਿਉਂਕਿ ਕਾਲੂ ਜੀ ਸਰੀਰ ਕਰਕੇ ਨਹੀਂ ਨੇ। ਜਿੰਨਾ ਕੰਮ ਕਾਜ ਸੀ ਇਹ ਦੇਖਦੇ ਸੀ, ਖੇਤੀਬਾੜੀ ਦਾ ਜੋ ਕੁਝ ਵੀ ਸੀ, ਕਿਉਂਕਿ ਮਰਬਿਆਂ ਦੇ ਹਿਸਾਬ ਨਾਲ ਜ਼ਮੀਨ ਹੈ। ਜੋ ਬਜ਼ੁਰਗ ਨੇ ਅੱਗੇ ਇਹਨਾਂ ਦੀ ਔਲਾਦ ਬੈਠੀ ਹੈ, ਪੁੱਤ ਪਰਿਵਾਰ ਬੈਠੇ ਨੇ ਜੋ ਸੰਭਾਲਦੇ ਨੇ। ਪਰ ਹੁਣ ਲਾਲ ਚੰਦ ਜ਼ਿਆਦਾਤਰ ਮੰਜੀ ਤੇ ਬੈਠਦੇ, ਜਾਂ ਨਗਰ ਦੀ ਸੱਥ ਵਿੱਚ ਜਾਇਆ ਆਉਂਦੇ ਆ, ਕਦੇ ਕਦੇ ਗੇੜਾ ਲਾਇਆ ਆਉਂਦੇ ਆ। ਬਜ਼ੁਰਗ ਬਹੁਤ ਜ਼ਿਆਦਾ ਨੇ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਤਲਵੰਡੀ ਨਗਰ ਦੇ ਵਿੱਚ ਵਿਚਕਾਰ ਉਹਨਾਂ ਦਾ ਘਰ ਹੈ। ਉਸੇ ਥਾਂ ਤੇ ਰਹਿੰਦੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ ਸੀ। ਜਦ ਅਵਤਾਰ ਸ਼ਬਦ ਮਹਾਰਾਜ ਨੇ ਸੁਣਿਆ, ਹੱਥ ਜੋੜ ਸੀਸ ਨਵਾਇਆ ਏ। ਚੌਪਈ ਸ੍ਰੀ ਅੰਗਦ ਸੁਣਿਓ ਬਹੁ ਹਰਖਾ, ਪਰਮ ਪ੍ਰੇਮ ਜਿਉ ਜਲ ਤਰ ਬਰਖਾ। ਜਦੋਂ ਭਾਈ ਬਾਲਾ ਜੀ ਦੇ ਅੰਮ੍ਰਿਤ ਬਚਨ ਸੁਣੇ, ਕਵੀ ਲਿਖਦੇ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਨੇਤਰਾਂ ਚੋਂ ਹੰਝੂਆਂ ਦੀ ਵਰਖਾ ਹੋ ਗਈ। ਚਾਅ ਵਿੱਚ, ਖੁਸ਼ੀ ਵਿੱਚ ਵੀ ਜੇ ਲਾਲ ਚੰਦ ਜੀ ਜਿਉਂਦੇ ਨੇ ਤੇ ਜ਼ਰੂਰ ਪੱਤਰੀ ਪ੍ਰਾਪਤ ਹੋਵੇਗੀ। ਇੱਕ ਆਸ ਹੈ, ਇੱਕ ਵਿਸ਼ਵਾਸ ਹੈ। ਕਹਿੰਦੇ ਖੁਸ਼ੀ ਇੰਨੀ ਹੋਈ, ਸਤਿਗੁਰ ਬੜਾ ਮੁਸਕਰਾਏ, ਅੰਦਰੋਂ ਅੰਦਰ ਮੁਸਕਰਾਉਂਦੇ ਆ। ਭਾਈ ਬਾਲਾ ਜੀ ਨੂੰ ਕਹਿੰਦੇ ਮਹਾਂਪੁਰਖ ਹੋਏ ਕਿਰਪਾ ਫਿਰ ਤੁਸੀਂ ਕਰਨੀ ਹੈ। ਇਹ ਦਇਆ, ਇਹ ਤਰਸ ਸਾਡੇ ਤੇ ਤੁਸੀਂ ਕਰ ਸਕਦੇ ਹੋ। ਬੋਲੇ ਗਿਰਾ ਰਸਾਲ ਕਿਰਪਾਲਾ, ਕਿਤ ਵਿਦ ਲੀਜੈ ਪਤਰੀ ਬਾਲਾ। ਥੋੜੀ ਦੇਰ ਬਾਅਦ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਆ, ਬਾਲਿਆ ਕਿਹੜੇ ਤਰੀਕੇ ਦੁਆਰਾ ਅਸੀਂ ਉਸ ਪੱਤਰੀ ਨੂੰ ਪ੍ਰਾਪਤ ਕਰ ਸਕਦੇ ਹਾਂ? ਇਹ ਕਿਉਂ ਬਾਰ-ਬਾਰ ਪੁੱਛਦੇ ਆ? ਇਸ ਲਈ ਪੁੱਛਦੇ ਨੇ, ਉਹ ਜਨਮ ਪੱਤਰੀ ਉਹਨਾਂ ਸਮਿਆਂ 'ਚ ਜਦੋਂ ਮਹਾਰਾਜ ਪੁੱਛਦੇ ਆ ਨਾ, ਤਕਰੀਬਨ 72, 73, 75 ਸਾਲ ਪਹਿਲਾਂ ਦੀ ਬਣੀ ਹੋਈ ਹੈ। ਇੰਨੀਆਂ ਪੁਰਾਣੀਆਂ ਤੇ ਘਰਾਂ ਦੀਆਂ ਰਜਿਸਟਰੀਆਂ ਨਹੀਂ ਲੱਭਦੀਆਂ। ਇਹ ਤੇ ਫੇਰ ਜਨਮ ਪੱਤਰੀ ਹੈ। ਮਰਦ ਤਾਂ ਕਹਿੰਦੇ ਆ, ਕਹਿੰਦੇ ਬਾਲਿਆ ਕਾਰਜ ਔਖਾ ਹੀ ਹੈ, ਬਹੁਤ ਔਖਾ ਹੈ, ਕਿਉਂਕਿ ਪੱਤਰੀ ਕਿਹੜਾ ਬਹੁਤ ਵੱਡਾ ਪਲਾਟ ਹੈ ਵੀ ਜੇ ਕਿਸੇ ਨੇ ਕੋਠੀ ਵੀ ਬਣਾਈ ਤਾਂ ਵੀ ਢਾਹ ਕੇ ਪਲਾਟ ਕੱਢ ਲਾਂਗੇ। ਉਹਦੀ ਕਾਗਜ਼ ਦਾ ਟੁਕੜਾ ਛੋਟਾ ਜਿਹਾ, ਐਡੇ ਵੱਡੇ ਘਰ ਦੇ ਵਿੱਚ ਲੱਭਣਾ ਕੋਈ ਸੌਖੀ ਗੱਲ ਨਹੀਂ। ਐਸਾ ਕੌਣ ਮੀਤ ਸਿੱਖ ਹੋਈ, ਪਤਰੀ ਕੋ ਦਰਸਾਵੇ ਜੋਈ। ਸਤਿਗੁਰ ਕਹਿੰਦੇ ਬਾਲਾ ਜੀ ਤੁਹਾਡਾ ਕੋਈ ਐਸਾ ਮਿੱਤਰ ਹੋਵੇ, ਕੋਈ ਜਾਣਕਾਰ ਹੋਵੇ, ਭਾਵ ਕੋਈ ਸੋਰਸ ਐਸਾ ਹੋਣਾ ਚਾਹੀਦਾ ਹੈ ਜਿਹਨੂੰ ਇੰਨਾ ਕਦੇ ਅੰਦਾਜ਼ਾ ਹੋਵੇ ਵੀ ਪੱਤਰੀ ਹੈ ਕਿੱਥੇ ਆ। ਕਹਿੰਦੇ ਮਰਦੇ ਮੈਨੂੰ ਧਿਆਨ ਨਹੀਂ ਹੈ, ਬਹੁਤ ਪੁਰਾਣੀਆਂ ਗੱਲਾਂ ਨੇ। ਇੱਥੇ ਤੇ 10 ਸਾਲਾਂ ਬਾਅਦ ਜ਼ਮਾਨਾ ਬਦਲਦਾ ਫਿਰਦਾ ਹੈ।
2010 2007 ਦੀ ਕਿਹੜੀ ਦੁਨੀਆ ਸੀ, ਅੱਜ ਕਿਹੜੀ ਹੈ, 2030 ਕੀ ਹੋਊਗਾ। ਦਹਾਕਿਆਂ ਬਾਅਦ ਜ਼ਮਾਨੇ ਬਦਲ ਰਹੇ ਨੇ। ਤੇ ਉਹ ਤੇ ਫਿਰ ਗੱਲ ਵੀ 70 80 ਸਾਲ ਪਹਿਲਾਂ ਦੀ ਹੋ ਰਹੀ ਹੈ, ਜਦੋਂ ਮਰਗ ਦਾ ਅਵਤਾਰ ਹੋਇਆ ਸੀ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਕੋਈ ਐਸਾ ਪਰਮ ਪਿਆਰਾ ਮਿੱਤਰ ਲੱਭੋ ਜੋ ਗੁਰੂ ਨਾਨਕ ਸਾਹਿਬ ਬਾਰੇ ਜਾਣਦਾ ਹੈ। ਹੁਣ ਉਹ ਮਿੱਤਰ ਸੀ ਭਾਈ ਮਰਦਾਨਾ। ਪਰ ਭਾਈ ਮਰਦਾਨਾ ਜੀ ਨੂੰ ਪੁੱਛੀਏ ਕਿਵੇਂ, ਉਹ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਜੋਤੀ ਜੋ ਸੁਣਾਵੇ। ਇੱਕੋ ਹੀ ਮਿੱਤਰ ਹੈ, ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਤਿਗੁਰਾਂ ਦੇ ਸਾਥੀ ਤੇ ਦੋ ਹੀ ਨੇ ਨਾ, ਬਾਲਾ ਤੇ ਮਰਦਾਨਾ ਨੇ। ਮਿੱਤਰਾਂ ਤੋਂ ਵੱਧ ਕੌਣ ਜਾਣ ਸਕਦਾ ਹੈ? ਜਾਣ ਸਕਦੇ ਨੇ ਮਾਂ ਬਾਪ, ਉਹ ਨਹੀਂ ਨੇ, ਸਰੀਰ ਕਰਕੇ ਨਹੀਂ ਹਨ। ਤੇ ਹੁਣ ਚਾਚਿਆਂ ਨੂੰ ਕੀ ਪਤਾ ਘਰਾਂ 'ਚ ਕੀ ਹੈ। ਹੁਣ ਮੇਰੇ ਚਾਚੇ ਤਾਏ, ਉਹਨਾਂ ਨੂੰ ਕੀ ਪਤਾ ਸਾਡੇ ਘਰ ਕੀ ਹੈ। ਜ਼ਮਾਨੇ ਏਦਾਂ ਦੇ ਆ। ਇੱਕ ਸਮਾਂ ਬਹੁਤ ਹੋ ਗਿਆ। ਮਰਦ ਪੁੱਛਦੇ ਕੋਈ ਐਸਾ ਮਿੱਤਰ ਪਿਆਰਾ ਹੋਰ ਲੱਭ ਲਓ ਜੋ ਸਤਿਗੁਰਾਂ ਦੇ ਪਰਿਵਾਰ ਦਾ ਬਹੁਤ ਕਰੀਬੀ ਹੋਵੇ। ਭਲ ਕਹੇ ਖੋਜ ਜੋ ਕੀਜੈ, ਤੋ ਨਿਹਚੈ ਪਤਰੀ ਕਰ ਲੀਜੈ। ਸਤਿਗੁਰਾਂ ਦਾ ਪਿਆਰ ਵੇਖ ਕੇ ਭਾਈ ਬਾਲਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਮਿੱਤਰ ਤੇ ਕੋਈ ਹੋਰ ਨਹੀਂ, ਪਰ ਜੇ ਆਪ ਦੀ ਚਾਹੁੰਦੇ ਹੋ ਨਾ, ਖੋਜੇ ਤੋਂ ਲੱਭੀ ਜਾ ਸਕਦੀ ਹੈ। ਰਿਸਰਚ ਕੀਤਿਆਂ ਕੀ ਨਹੀਂ ਲੱਭਦਾ, ਖੋਜਾਂ ਕੀਤਿਆਂ ਕੀ ਨਹੀਂ ਹੁੰਦਾ। ਆ ਪੈਟਰੋਲ ਡੀਜ਼ਲ ਕੱਚਾ ਤੇਲ ਜੋ ਕੁਝ ਵੀ ਖੋਜ ਕੀਤੀ ਮਿਲਿਆ। ਜੋ ਚੀਜ਼ ਵੀ ਲੱਭੋਗੇ ਇੱਕ ਨਾ ਇੱਕ ਦਿਨ ਤੇ ਸਕਸੈਸ ਮਿਲੇਗੀ ਜ਼ਰੂਰ। ਭਾਈ ਬਾਲਾ ਕਹਿੰਦੇ ਮਹਾਰਾਜ ਲੱਭਣੀ ਘਰ ਚੋਂ ਪੈਣੀ ਹੈ, ਖੋਜਣੀ ਪਊਗੀ। ਹੁਣ 70 ਸਾਲ ਪੁਰਾਣੀ ਚੀਜ਼ ਜੋ ਗਵਾਚ ਚੁੱਕੀ ਹੈ, ਗੁੰਮੀ ਹੋਈ ਹੈ, ਉਹ 1-2 ਘੰਟਿਆਂ 'ਚ ਨਹੀਂ ਲੱਭਣੀ। ਪਾਤਸ਼ਾਹ ਇਹਦੇ ਲਈ ਕੁਝ ਦਿਨ ਲੱਗ ਸਕਦੇ ਆ, ਕੁਝ ਮਹੀਨੇ ਲੱਗ ਸਕਦੇ ਨੇ। ਲਾਲੋ ਅਲਹਿ ਮਿਲ ਕਰ ਤਾਸੋ, ਖੋਜਵਾਵੇ ਜਬ ਤੀਕੇ ਪਾਸੋ। ਮਰਦ ਕਹਿੰਦੇ ਪਿਆਰਿਓ ਫਿਰ ਕਿਵੇਂ ਲੱਭੋਗੇ? ਭਾਈ ਬਾਲਾ ਜੀ ਕਹਿੰਦੇ ਜੀ ਲਾਲ ਚੰਦ ਜੀ ਨੂੰ ਨਾਲ ਲੈ ਲਾਂਗੇ, ਲਾਲੂ ਜੀ ਉਹ ਕੋਲ ਖੜ ਜਾਣਗੇ, ਦੱਸਣਗੇ। ਕਿਉਂਕਿ ਕਲਿਆਣ ਚੰਦ ਜੀ ਦਾ ਹੀ ਘਰ ਹੈ, ਵੱਡੇ ਭਰਾ ਦੇ ਨਾਂ ਤੇ ਘਰ ਬੋਲਦਾ ਸੀ। ਤੇ ਜਦ ਉਹ ਸਰੀਰ ਛੱਡ ਕੇ ਚਲੇ ਗਏ, ਹੁਣ ਮਾਲਕ ਕੌਣ ਨੇ? ਗੁਰੂ ਸਾਹਿਬ ਦੇ ਚਾਚਾ ਜੀ। ਤੇ ਅੱਜ ਉਹ ਜ਼ਮਾਨਾ ਥੋੜੀ ਹੈ। ਅੱਜ ਦੱਸੋ ਜੀ, ਭਤੀਜਿਆਂ ਦੀ ਜ਼ਮੀਨ ਤੇ ਤਾਇਆ ਜਾਂ ਚਾਚਾ ਕਾਬਜ ਹੋ ਸਕਦਾ? ਅਗਲੇ ਪਹਿਲਾਂ ਕਹਿ ਦਿੰਦੇ ਭਰਾ ਦੀ ਜ਼ਮੀਨ ਹੈ, ਭਰਾ ਦੇ ਪੁੱਤ ਬੋਲਦੇ ਜਾਣ, ਸਾਡੀ ਇਹ ਹੈ। ਉਹਨਾਂ ਸਮਿਆਂ 'ਚ ਐਸਾ ਕੁਛ ਨਹੀਂ ਸੀ ਹੁੰਦਾ। ਦਾਦੇ ਪੜਦਾਦਿਆਂ ਤੱਕ, ਪੋਤੇ ਪੜਪੋਤਿਆਂ ਤੱਕ ਰੌਲਾ ਹੀ ਨਹੀਂ ਸੀ ਕਿਸੇ ਦਾ ਵੀ ਜ਼ਮੀਨ ਸਾਡੇ ਨਾਲ ਜਾਂ ਤੁਹਾਡੇ ਨਾਲ ਹੈ। ਕਿਉਂਕਿ ਐਡਾ ਕਲਯੁਗ ਦਾ ਬੋਲਬਾਲਾ ਨਹੀਂ ਸੀ ਜਿੰਨਾ ਅੱਜ ਹੈ। ਅੱਜ ਤੇ ਪਿਓ ਦੇ ਜਿਉਂਦਿਆਂ ਪੁੱਤ ਕਹਿੰਦਾ ਹੈ ਬਾਪੂ ਮੇਰੇ ਨਾਲ ਕਰਾ ਪਹਿਲਾਂ ਜੀ ਰੋਟੀ ਖਾਣੀ ਹੈ। ਜੇ ਘਰੇ ਰਹਿਣਾ ਨਾ, ਕੋਠੀ ਨਾ ਕਰਾ ਪਹਿਲਾਂ, ਅਕਾਊਂਟ ਕਹਿੰਦਾ ਹੈ ਦੇ ਇੱਧਰ ਫਿਰ। ਤੇ ਬੁੜੇ ਵਿਚਾਰੇ ਡਰਦੇ ਸਾਰਾ ਕੁਛ ਹੀ ਦੇਈ ਜਾਂਦੇ ਆ। ਉਹਨਾਂ ਨੂੰ ਪਤਾ ਵੀ ਜੇ ਨਹੀਂ ਦਵਾਂਗੇ ਛਿੱਤਰ ਮਾਰਨਗੇ, ਬੇਇੱਜ਼ਤ ਕਰਨਗੇ, ਪੁੱਛਣਗੇ ਨਹੀਂ। ਪਰ ਉਹਨਾਂ ਸਮਿਆਂ ਵਿੱਚ ਨਾਮ ਨੂੰ ਮਵਾਲਾ ਕੋਈ ਰੌਲਾ ਨਹੀਂ ਸੀ। ਜ਼ਮੀਨ ਸਾਂਝੀ ਪਰਿਵਾਰ ਦੀ, ਸਾਂਝੇ ਬਹੁੰਦੇ ਬੀਜਦੇ ਆ। ਹੁਣ ਚਾਚਾ ਲਾਲ ਚੰਦ, ਜਿਨ੍ਹਾਂ ਨੂੰ ਇਤਿਹਾਸ ਲਾਲੂ ਜੀ ਕਹਿੰਦਾ ਹੈ ਤੇ ਪਿਤਾ ਜੀ ਨੂੰ ਕਾਲੂ ਜੀ ਕਹਿੰਦਾ ਹੈ, ਅੱਜ ਦੇ ਸਮੇਂ 'ਚ ਨਾਮ ਥੋੜੇ ਜਿਹੇ ਔੜ ਲੱਗਦੇ ਆ, ਔਕੜ ਫੀਲ ਹੁੰਦਾ ਸੁਣ ਕੇ। ਅਗਲਾ ਕਹਿੰਦਾ ਜੀ ਇਹ ਕੀ ਬੋਲਤਾ। ਪਿਆਰਿਓ ਪਿੰਡਾਂ ਵਿੱਚ ਅੱਜ ਵੀ ਜਾਓਗੇ ਨਾ, ਨਾਮ ਇੱਦਾਂ ਹੀ ਕਰਦੇ ਆ। ਕਿੱਡਾ ਵੀ ਭਾਵੇਂ ਉਹ DC ਲੱਗਾ ਹੋਵੇ, ਸਰਪੰਚ ਹੋਵੇ ਨਾ ਪਿੰਡ ਦਾ, ਤੇ ਲੋਕੀ ਛੋਟਾ ਜਿਹਾ ਨਾਂ ਲੈ ਕੇ ਬੁਲਾਉਂਦੇ ਆ। ਤੇ ਮੇਰੇ ਵਰਗਾ ਸਰਪੰਚ ਸਾਹਿਬ ਕਰਦਾ ਫਿਰਦਾ, ਬਾਹਰੋਂ ਆਇਆ। ਪਿੰਡ ਵਾਲੇ ਕਹਿੰਦੇ ਅੱਛਾ ਫਲਾਣਾ ਜਾ ਯਾਰ ਮਿਲਣਾ ਹੋਊਗਾ। ਪੁਰਾਣੇ ਸਮੇਂ 'ਚ ਪਿਆਰ ਦੇ ਨਾਮ ਸੀ, ਮੁਖਾਤਬ ਸੀ। ਅੱਜ ਵੀ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਵੇਖੋ ਲਹਿੰਦਾ ਪੰਜਾਬ, ਏਦਾਂ ਦੇ ਨਾਂ ਨੇ, ਐਵੇਂ ਹੀ ਬੁਲਾਉਂਦੇ ਆ। ਪਰ ਚਲੋ ਸਾਡੇ ਤੇ ਹਾਲਾਤ ਥੋੜੇ ਜਿਹੇ ਹੋਰ ਨੇ, ਆਪਾਂ ਤੇ ਮੋਡੀਫਾਈ ਹੋ ਗਏ ਸਾਰੇ। ਪਿਤਾ ਜੀ ਗੁਰੂ ਸਾਹਿਬ ਦੇ ਨਹੀਂ ਨੇ। ਹੁਣ ਕਾਲੂ ਜੀ ਤੋਂ ਬਾਅਦ ਲਾਲੂ ਜੀ ਘਰ ਦੇ ਚੌਧਰੀ ਜਥੇਦਾਰ ਨੇ, ਲਾਣੇਦਾਰ ਕਹਿ ਲਓ। ਉਹਨਾਂ ਸਮਿਆਂ 'ਚ ਸ਼ਬਦ ਵਰਤਿਆ ਜਾਂਦਾ ਸੀ। ਮਰਦ ਫਿਕਰ ਕਰਦੇ ਆ ਵੀ ਜਦੋਂ ਇੰਨੇ ਬਜ਼ੁਰਗ ਨੇ, 100 ਸਾਲ ਤੋਂ ਉੱਪਰ ਉਮਰ, ਕਿਵੇਂ ਲੱਭਣਗੇ? ਇਹ ਵੀ ਮੁਸੀਬਤ ਵਾਲਾ ਕੰਮ ਹੈ। ਓ ਕਰ ਆਵਹਿ ਪਠਵੋ ਕੋਈ, ਏਰੋਂ ਪੂਰਾ ਮਨੋਰਥ ਹੋਈ। ਤੇ ਫਿਰ ਭਾਈ ਬਾਲਾ ਜੀ ਸਤਿਗੁਰਾਂ ਦਾ ਪਿਆਰ ਜਾਣ ਕੇ ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ, ਕਿਸੇ ਨੂੰ ਮੇਰੇ ਨਾਲ ਭੇਜ ਦਿਓ, ਮੈਂ ਇੱਕ ਕੋਸ਼ਿਸ਼ ਤੇ ਕਰ ਸਕਦਾ। ਭਾਵੇਂ ਉਹ 70 ਸਾਲ ਪੁਰਾਣੀ ਚੀਜ਼ ਹੈ, ਹਾਂ ਕੋਸ਼ਿਸ਼ ਕੀਤਿਆਂ ਸਭ ਕੁਝ ਹੋ ਜਾਂਦਾ। ਜੇ ਆਪਾਂ ਆਖੀਏ ਵੀ ਹੋਣਾ ਹੀ ਨਹੀਂ ਤੇ ਫਿਰ ਕੁਝ ਵੀ ਨਹੀਂ ਹੋਣਾ।
ਹੱਥ ਤੇ ਹੱਥ ਧਰ ਕੇ ਬਹਿ ਜਾਓ, ਕੋਈ ਬੰਦਾ ਕੰਮ ਇਹ ਨਹੀਂ ਹੋਣਾ, ਆਹ ਨਹੀਂ ਹੋਣਾ, ਆਹ ਨਹੀਂ ਹੋਣਾ, ਤੇ ਹੋ ਕਿੱਥੋਂ ਜੇ ਨੀਤ ਨਹੀਂ ਹੈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੇ ਤੁਹਾਡੀ ਕਿਰਪਾ ਹੋ ਗਈ, ਤੁਹਾਡੀ ਰਹਿਮਤ ਹੋਈ ਨਾ, ਭਵ ਪੱਤਰੀ ਤੇ ਛੱਡੋ, ਅਸੀਂ ਪਤਾਲ ਵਿੱਚੋਂ ਵੀ ਕੁਝ ਲੈ ਕੇ ਆ ਸਕਦੇ ਹਾਂ। ਆਖੋ ਸਤਿਨਾਮ। ਐਡਾ ਨਿਸ਼ਚਾ ਆਪਣੇ ਸਰਵਰ ਤੇ ਹੋਣਾ ਚਾਹੀਦਾ। ਮਹਾਰਾਜ ਇਹ ਗਿਆਨ ਤੁਸੀਂ ਬਖਸ਼ਣਾ ਹੈ, ਇਹ ਚਾਨਣ ਤੁਸੀਂ ਕਰਨਾ ਏ। ਦੋਹਰਾ ਸ਼੍ਰੀ ਅੰਗਦ ਭਾਖੀ ਗਿਰਾ, ਹੋਵਹਿ ਤੁਮ ਤੇ ਕਾਮ। ਤੇ ਸਤਿਗੁਰਾਂ ਨੇ ਕਿਹਾ ਭਾਈ ਬਾਲਾ ਜੀ ਇਹ ਕਾਰਜ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਹੱਥ ਤੋਂ ਹੀ ਕਰਾਉਣਾ ਹੈ, ਕਿਸੇ ਹੋਰ ਤੋਂ ਨਹੀਂ। ਕਿਉਂਕਿ ਸਤਿਗੁਰਾਂ ਦੇ ਦਰਬਾਰ ਵਿੱਚ ਆਉਣ ਵਾਲੀ ਸੰਗਤ ਵਿੱਚੋਂ ਹੋ ਸਕਦਾ ਤਲਵੰਡੀ ਦਾ ਵੀ ਕੋਈ ਆਉਂਦਾ ਹੋਵੇ। ਗੁਰੂ ਸਾਹਿਬ ਕਹਿਣ ਕੋਈ ਮੋੜ ਸਕਦਾ, ਮੇਟ ਸਕਦਾ, ਪਰ ਹਾਂ ਜਿਸ ਕਾ ਕਾਰਜ ਤਿਨਹੀ ਕੀਆ, ਜਿਹਦਾ ਕਾਰਜ ਉਹਨੇ ਆਪ ਕਰਾਉਣਾ ਹੈ। ਮਾਨਸ ਕਿਆ ਵਿਚਾਰਾ ਰਾਮ, ਕਿਸੇ ਦੇ ਕੀ ਵਸ ਹੈ। ਇਹ ਸੇਵਾ ਭਾਈ ਬਾਲਾ ਜੀ ਨੂੰ ਪ੍ਰਾਪਤ ਹੋਣੀ ਸੀ। ਇੱਥੇ ਗੁਰੂ ਅੰਗਦ ਦੇਵ ਮਹਾਰਾਜ ਭੂਮਿਕਾ ਬਣਾ ਰਹੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਵਤਾਰ ਕਿਵੇਂ ਹੋਇਆ, ਅਵਤਾਰ ਕਿਵੇਂ ਹੋਇਆ, ਕਿਸ ਨਗਰ ਵਿੱਚ ਹੋਇਆ। ਐਵੀਡੈਂਸ ਚਾਹੀਦੇ ਆ, ਸਬੂਤ ਚਾਹੀਦੇ ਆ। ਤੇ ਸਬੂਤ ਕੀ ਨੇ? ਸਭ ਤੋਂ ਪਹਿਲਾਂ ਭਵ ਪੱਤਰੀ ਹੈ, ਜਨਮ ਪੱਤਰੀ। ਜਿਵੇਂ ਅੱਜ ਦੇ ਸਮੇਂ ਬਰਥ ਸਰਟੀਫਿਕੇਟ ਤੋਂ ਸਾਰੇ ਪੇਪਰ ਬਣਦੇ ਆ, ਕਾਗਜ਼ਾਤ, ਡਾਕੂਮੈਂਟੇਸ਼ਨ ਬਾਅਦ ਚ ਹੁੰਦੀ ਹੈ। ਪਹਿਲਾਂ ਬਰਥ ਹੈ, ਉਹ ਸਰਟੀਫਿਕੇਟ ਹੈ। ਆਧਾਰ ਵੀ ਫੇਰ ਬਣਨਾ, ਪੈਨ ਵੀ ਫੇਰ ਬਣਨਾ, ਪਹਿਲਾਂ ਤੇ ਉਹ ਹੋਏਗਾ ਨਾ। ਹੁਣ ਗੁਰੂ ਸਾਹਿਬ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਜਨਮ ਪੱਤਰੀ ਮੁੱਖ ਹੈ, ਜਿਹਦੇ ਵਿੱਚ ਡੇਟਾਂ ਫਿਕਸ ਨੇ, ਵੀ ਕਤਰ ਦੀ ਪੂਰਨਮਾਸ਼ੀ ਹੈ। ਮਹਾਰਾਜ ਕਹਿੰਦੇ ਭਾਈ ਬਾਲਾ ਜੀ ਕੋਈ ਹੋਰ ਸਿੱਖ ਵਿੱਚ ਗਿਆ ਨਾ, ਪਹਿਲਾਂ ਤੇ ਉਹਨੇ ਪਛਾਣਨਾ ਨਹੀਂ ਲਾਲ ਚੰਦ ਜੀ ਨੂੰ ਕੌਣ ਨੇ, ਨਾ ਉਹਨਾਂ ਨੇ ਪਛਾਣਨਾ। ਕਿਉਂਕਿ ਹੋ ਸਕਦਾ ਹੈ ਲਾਲੂ ਜੀ ਨੂੰ ਨਾ ਪਤਾ ਹੋਵੇ ਗੁਰਗੱਦੀ ਤੇ ਕੌਣ ਬੈਠਾ, ਕਿਉਂਕਿ ਸਤਿਗੁਰਾਂ ਦੇ ਜੀਵਨ ਵਿੱਚ ਪਰਿਵਾਰ ਇੰਟਰਫੇਰੈਂਸ ਨਹੀਂ ਸੀ ਕਰਦਾ। ਇਹ ਆਉਣ ਵਾਲੀ ਕਥਾ ਦੱਸ ਦੇਗੀ ਤੁਹਾਨੂੰ। ਕਿਸੇ ਨੂੰ ਪਰਿਵਾਰ 'ਚ ਵੀ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ। ਸਾਰੀ ਜ਼ਿੰਦਗੀ ਤੇ ਪਿਓ ਨੂੰ ਨਹੀਂ ਪਤਾ ਲੱਗਾ ਵੀ ਮੇਰਾ ਪੁੱਤ ਰੱਬ ਹੈ। ਕਦੋਂ ਲੱਗਾ ਸੀ ਉਹ ਵੀ ਦੱਸਣਗੇ, ਅੰਤ ਸਮੇਂ ਪਤਾ ਲੱਗਾ ਸੀ। ਅੱਜ ਭਾਈ ਬਾਲਾ ਜੀ ਕਹਿੰਦੇ ਅੱਖਾਂ 'ਚੋਂ ਅਥਰੂ ਆ ਗਏ ਜਦੋਂ ਯਾਰ ਦੀ ਗੱਲ ਚੱਲੀ ਨਾ, ਸੱਜਣ ਦੀ, ਉਹਦੇ ਵਿਹੜੇ ਜਾਣਾ ਹੈ। ਜਿਨ੍ਹਾਂ ਦੇ ਸਰੀਰ ਛੱਡਿਆ ਕਿੰਨਾ ਲੰਮਾ ਸਮਾਂ ਹੋ ਗਿਆ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵਿਛੜ ਕੇ ਜਿੱਦਣ ਦੇ ਵਿਛੜੇ ਸੀ ਭਾਈ ਬਾਲਾ ਜੀ ਨੇ ਘਰੇ ਪੈਰ ਨਹੀਂ ਸੀ ਪਾਇਆ। ਜਦੋਂ ਸੱਜਣੀ ਨਾ ਰਿਹਾ ਤੇ ਜਾਣਾ ਕੀ ਹੈ? ਜਦੋਂ ਆਪਣਾ ਪਿਆਰਾ ਹੀ ਨਹੀਂ ਉੱਥੇ ਕਿਹਨੂੰ ਮਿਲਣ ਜਾਣਾ ਏ। ਆਹੀ ਨਗਰ ਮੇ ਰਹਿਤ ਹੋ, ਖੁਜਵਾਵ ਹੋ ਤੇ ਧਾਮ। ਗੁਰੂ ਅੰਗਦ ਦੇਵ ਮਹਾਰਾਜ ਹੱਥ ਜੋੜ ਕੇ ਕਹਿੰਦੇ ਭਾਈ ਬਾਲਾ ਜੀ ਜਿੰਨੀ ਮਾਇਆ ਲੱਗੀ ਅਸੀਂ ਦਿਆਂਗੇ, ਜੋ ਸੇਵਾ ਹੋਏਗੀ ਸਾਡੇ ਲਾਇਕ ਸਾਨੂੰ ਦੱਸਿਓ, ਹੁਕਮ ਕਰਿਓ, ਪਰ ਕੋਸ਼ਿਸ਼ ਕਰਿਓ ਜਿੰਨਾ ਮਰਜ਼ੀ ਲੰਮਾ ਸਮਾਂ ਲੱਗ ਜੇ ਜਨਮ ਪੱਤਰੀ ਪ੍ਰਾਪਤ ਹੋ ਜੇ ਤੇ ਬੜੀ ਚੰਗੀ ਗੱਲ ਹੈ। ਤੁਹਾਡੇ ਤੋਂ ਵੱਡਾ ਭੇਦੀ ਕੌਣ ਹੈ? ਤੁਸੀਂ ਨਗਰ ਦੇ ਵਸਨੀਕ ਹੋ, ਤੁਸੀਂ ਜਾਣਦੇ ਹੋ ਪਰਸਨਲੀ ਸਾਰਿਆਂ ਨੂੰ। ਹਾਂ ਜੇ ਚਾਚਾ ਜੀ ਦੇ ਵਸ ਦਾ ਨਹੀਂ ਹੋਊਗਾ ਤੇ ਅੱਗੇ ਉਹਨਾਂ ਦੇ ਪੁੱਤ ਪੋਤੇ ਹੋਣਗੇ, ਤੁਹਾਨੂੰ ਜਾਣਦੇ ਹੋਣਗੇ ਸਾਰੇ। ਪੁੱਛ ਪ੍ਰਤੀਤ ਕਰਕੇ ਪੱਤਰੀ ਜ਼ਰੂਰ ਲੈ ਕੇ ਆਵੋ। ਚੌਪਈ ਕਹਿ ਬਲ ਮੁਖ ਜਸੈ ਸੁਦਾ ਜੀ, ਸ੍ਰੀ ਅੰਗਦ ਸੁਣਿਓ ਸੁਖ ਰਾਸੀ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਆਪ ਜੀ ਤੋਂ ਕੁਛ ਨਹੀਂ ਮੰਗਦਾ, ਬਸ ਇੱਕੋ ਹੀ ਮੰਗ ਹੈ, ਇੱਕ ਬੇਨਤੀ ਹੈ, ਉਹ ਪ੍ਰਵਾਨ ਕਰ ਲਵੋ। ਏਕ ਸਿੱਖ ਦੀਜੈ ਮੁਝ ਸਾਥੋ, ਜਾਵੇ ਜਪ ਜਦ ਦੀਨਾ ਨਾਥੋ। ਐ ਦੀਨਾ ਨਾਥ ਸਤਿਗੁਰੂ ਇੱਕ ਐਸਾ ਸਿੱਖ ਮੇਰੇ ਨਾਲ ਭੇਜ ਦਿਓ ਜੋ ਸਿਆਣਾ ਹੋਵੇ। ਸਿਆਣਾ ਕਿਉਂਕਿ ਮੈਂ ਤੇ ਪਿੰਡ ਦਾ ਹੀ ਵਸ਼ਿੰਦਾ ਨਾ। ਜੇ ਮੈਂ ਜਾ ਕੇ ਲਾਲੂ ਜੀ ਕੋ ਗੱਲ ਕੀਤੀ, ਉਹ ਕਹਿਣਗੇ ਤੂੰ ਕਿੱਧਰ ਮੂੰਹ ਚੱਕਿਆ ਹੋਏ, ਕਿਉਂਕਿ ਨਿਆਣੇ ਸੀ ਉਹਨਾਂ ਦੇ ਸਾਹਮਣੇ। ਭਾਵੇਂ ਇਹਨਾਂ ਦੀ ਉਮਰ ਜਿੰਨੀ ਮਰਜ਼ੀ ਹੈ, ਬਜ਼ੁਰਗਾਂ ਲਈ ਬੱਚੇ ਸਦਾ ਬੱਚੇ ਹੀ ਰਹਿੰਦੇ ਆ, ਭਾਵੇਂ ਪੁੱਤ 70 ਸਾਲ ਦਾ ਕਿਉਂ ਨਾ ਹੋਵੇ। ਤੇ ਭਾਈ ਬਾਲਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੰਨਾ ਪਿਆਰ ਸੀ, ਇੱਕੋ ਘਰ ਰੋਟੀ ਖਾਂਦੇ ਸੀ, ਇੱਕੋ ਘਰ ਰਹਿੰਦੇ ਸੀ। ਕਦੇ ਮਹਾਰਾਜ ਉਹਨਾਂ ਦੇ ਖੂਹ ਤੇ ਸੌਂਗੇ, ਕਦੇ ਇੱਥੇ ਘਰੇ ਸੌਂਗੇ। ਇਹ ਤੇ ਚਲੋ ਬਾਪੂ ਜੀ ਦਾ ਸੁਭਾਅ ਕੱਬਾ ਸੀ ਥੋੜਾ ਜਿਹਾ, ਤਾਂ ਬੜਾ ਮੋਟਾ ਟਾਲਾ ਵੱਟਦੇ ਰਹਿੰਦੇ ਸੀ, ਵਰਨਦੇ ਰਹਿੰਦੇ ਇਕੱਠੇ ਸੀ। ਕਿੰਨੇ ਦਹਾਕੇ ਜੀਵਨ ਦੇ ਉਹਨਾਂ ਨਾਲ ਬਤੀਤ ਕੀਤੇ ਆ। ਉਹ ਹੱਸ ਕੇ ਕਹਿੰਦੇ ਮਹਾਰਾਜ ਮੈਂ ਜੇ ਇਕੱਲਾ ਗਿਆ, ਤੇ ਉਹਨਾਂ ਹੱਸ ਕੇ ਕਹਿਣਾ ਓਏ ਤੈਨੂੰ ਕੀ ਲੋੜ ਹੈ ਭਾਪਤਰੀ ਦੀ, ਤੂੰ ਕਿੱਧਰ ਮੂੰਹ ਚੱਕਿਆ। ਕਹਿੰਦੇ ਮਹਾਰਾਜ ਇੱਕ ਸਿੱਖ ਸਿਆਣਾ ਜਾਂ ਨਾਲ ਭੇਜ ਦੋ, ਮੈਂ ਦੱਸ ਤੇ ਦਿਆਂਗਾ ਵੀ ਗੁਰੂ ਸਾਹਿਬ ਨੇ ਭੇਜੇ ਆ ਵੀ ਆ ਸਿੱਖ ਸਤਿਗੁਰਾਂ ਦੇ ਪਾਸੋਂ ਆਇਆ ਏ। ਲਾਲੋ
आल्य है लिहे तुलाई आनेंगे हम जीत हैं पाई। मर्द जे सानू घर चों लभ गई, असी खोज भी लई, टोल भी लई, प्राप्त भी कर लई, ते मैं सिख दे नाल आ ते जाऊंगा ना। मन लो भव पत्तरी मिले ना ते घेसड़ जी मार जाने भी, जो लभी नहीं फिर जाना की करना था। ते मिले भावे ना मिले महाराज, मैनू एक सहारा होएगा भी गुरु साहब ने सिख नाल भेजिया, मैं अवेसला नहीं होना। जद साडे नाल कोई होवे ना, असीं किसी काम जाइए सानू काहली हुंदी है भी छेती छेती काम नवेड़ी, जिहड़ा नाल आयो वेला थोड़ी है। मैं वेला हो सकदा, अगला ते वेट करदा ना। भाई बाला जी कहते महाराज एक सिख सियाणा भेज दिओ, जो गलबात करन दे विच भी बड़ा गंभीर होवे। गुर पर सीधे बाले पर तब चित कर तार न बिसरै और कब। इन्ने प्रसन्न गुरु अंगद देव महाराज होए, उठ के जफ्फी पा ली भाई बाला जी नूं। महाराज कहंदे जा तेरी रसना ते करतार दा वसा आखो सतनाम। बालिया तू जो कहेगा पूरा होएगा, गुरु नानक वसणगे तेरी रसना। क्यों खुशी बड़ी महाराज नूं भी भाई बाला जी मन गए आ, ये चले ने उस कारज लई जो पंथ दे काम आउणा है। लाल पन्नू सिख सदाया श्री मुख ते इव वाक आलाया। उस वेले सतगुरां दी हजूरी विच एक सिख बैठा सी, उहदा नाम सी लाल पन्नू। पन्नू जिमीदारां दी गोद माझे विच बहुत है, ते उह सिख सतगुरां दी हजूरी च बैठा, बड़ी बंदगी वाला है। महाराज कहंदे लाल सिया, कहंदे हां जी पातशाह। महाराज कहते पन्नूआ फिर तेन जाना पैना, क्योंकि अज भी तुसी उस पासे जाओगे तुहानूं बड़े पिंड मिल जाणगे, नशहरा पन्नूआ, कोई पन्नूआ, ये पिछे लगे हुए हैं ना। ये इलाके दे नाम ने, गोतां दे नाम ने, पिंडां दे नाम ने। गुरु नानक साहब महाराज दे परथाए जदों ये बचन सुनाए, सिख ने हत्थ जोड़े, उन्हें कोई सवाल नहीं, कोई जवाब नहीं। महाराज मैं जानदा नहीं, मैं की करन जाना है। मैं कहना वेखो किसी नूं कह के अज दे समय काम भी भगता तूं जाया नाल मड़ जा, लै जी मैनूं किहड़ा काम आउंदा, ये कित्थे भेजदे हो। उदों सिखां कोल कुछ नहीं सी, एडी शरधा सी, इन्ना विश्वास सी जे सतगुर कहण सिखा जा मरन चलिया जा, पिछे मुड़ के नहीं होना कहंदे सतगुर जी। क्योंकि उदों सिखां कोल सियाणप नहीं सी, चलाकियां वाली प्रेम सी, भावना सी। महाराज कहंदे लाल सिया पन्नूआ भाई बाला जी नाल जाओ। एक वार नहीं कहा महाराज मैनूं कौन जाणदा तलवंडी च, मैं उत्ते की करन जाना है। कहंदे सतगुर जी। महाराज कहंदे उदों तक कोशिश करियो ਲੱਭਣ ਦੀ, ਜਦੋਂ ਤੱਕ ਪੱਤਰੀ ਨਾ ਲੱਭੇ ਤੇ ਇਹ ਅਸੀਂ ਆਸ ਰੱਖਾਂਗੇ ਤੁਸੀਂ ਪੱਤਰੀ ਲੈ ਕੇ ਆਓਗੇ। ਸਿੱਖ ਕਹਿੰਦਾ ਮਹਾਰਾਜ ਜੇ ਤੁਹਾਡੀ ਕਿਰਪਾ ਹੋਈ ਨਾ ਜੀ ਤੇ ਕੀ ਪ੍ਰਾਪਤ ਹੋ ਨਹੀਂ ਸਕਦਾ। ਗੁਰ ਸਿੱਖੀ ਤੁਮ ਮਿਹ ਅਦਕਾਈ ਜਿਵ ਸਾਵਣ ਸ੍ਰਿਤਾ ਬਹੁਤਾਈ। ਮਹਾਰਾਜ ਕਹਿੰਦੇ ਪਿਆਰਿਆ ਤੇਰੇ ਅੰਦਰ ਸਿੱਖੀ ਗੁਰੂ ਨਾਨਕ ਦੇ ਘਰ ਦੀ ਕੁੱਟ-ਕੁੱਟ ਕੇ ਭਰੀ ਹੋਈ ਹੈ। क्योंकि भाई लाल पन्नू गुरु नानक साहब महाराज की संगत करके आए हुए आ। सच्चे पातशाह ने प्रमाण दिता, कहते जिवें चलदी बरसात विच दरिया भर के आउंदे आ ना पानी दे, कहते सिखा तेरे अंदर गुरमत इदां ठाठा मारदी। क्योंकि लाल पन्नू ब्रह्म ज्ञानी सिख है, गुरु नानक साहब का रूप सी। वो सिख नंगे पैर रहिंदा सी, घर बार त्याग्या होया सी, सब कुछ हुंदिया होया रब दे प्यार दी याद च जुड़िया रहिंदा सी, सारा दिन सेवा करदा सी। ओदी सेवा तो खुश होके महाराज कहंदे सिखा ए गुरु नानक दे घर दी सेवा तेरे हिस्से आई है। बाले संग जइए तहां जय जन्म्यो ममनाथ। बचन कहंदे कहंदे सतगुर भावुक हो गए, अखां भर आए। कहंदे सिखा उत्थे जा मेरे सज्जन प्यारे दे वेड़े। मेरे गुरु नानक साहब महाराज ने जिस घर विच जिस नगर विच अवतार धारण कीता ना, वो ब्रह्म ज्ञानी प्यारिया तैनूं उस घर दी धूड़ मथे नाल लाउण नूं नसीब होनी। आखो सतनाम। अज भी कदे ननकाना साहिब दी धरती ते इधर दीयां संगतां जांदियां वेखो, नमस्कार कर कर रोंदियां ने, इन्ना प्यारा सिखां। जिस धरती ते गुरु नानक पातशाह आप अवतार लेके आए, वो उस मिट्टी विच खेडे ने, उस मिट्टी में सतगुरां ने वाहियां कीतियां, दिन रात विचरदे रहे। वो कोई ते कण होऊ मिट्टी दा जो गुरु नानक साहब दे चरणों नाल स्पर्श होया होना।
किड्डा भाव है गुरु अंगद देव महाराज दे अंदर। कहंदे सिखा जा तू कर्मां वाला उस धरती नूं स्पर्श करन चले साडे वल्लों भी उस बेड़े नूं नमस्कार करके आवी। भव पतरी को आन कै की जय जन्म सकाथ। ते सिखा भव पतरी जन्म पतरी लाया अपना जन्म भी सफला करते साडा भी कर दे। रब दी बेनती है ओदे बोल ने आ निमरता दी शब्दावली उस परमात्मा दी। ते मेरे वर्गा जी दे कोल चार गल्लां आ जाण आकड़े फिरदा वधिया गड्डी आ जी बंदे नहीं समझदा रोड ते पर देखो निमरता कड्डी है। गुरु नानक साहब दी गुरगद्दी दे वारस ने गुरु अंगद देव महाराज सिखां नाल किन्नी मिठास नाल पेश हुंदे आ। प्यार च कहंदे सिखा साडा भी जन्म सफला कर दे उते आप निरंकार। ते भाई लाल पन्नू दे नेत्र भरे आए कहंदे मर्ज वड्डे भाग मेरे इस सेवा दा मौका मिलिया ए। सो पई सोण सुरत बचन समात न अंगा पयो त्यार चलन को संगा। फिर पुछदा सिख मर्द जाना कदों है। गुरु अंगद देव पातशाह कहंदे हुणे ही जाना है। ये नहीं भी कल जाना है परसों जाया ही। ते जे कोई मेरे वर्गे नूं कोई जा भाई अंमृतसर साहब जा फलानी चीज फड़ लिया। अच्छा कदों जाना जी? अच्छा किहड़ी बस ते भेजोगे? गड्डी करा दो ज्यादा वधिया नहीं। नाल कौन जाऊगा? किन्ने बंदे होणगे? खर्चा किन्ना दोगे? किहदे घरे रहना? पहला कमरा बुक कराओ। साडी दी वरती इहो जी है ना। उस सिख ने कुछ नहीं पूछया महाराज रथ च जावांगे घोड़े ते जावांगे गड्डे ते जावांगे पैदल जावांगे। ये भी नहीं कहा महाराज कल जावांगे जी अजे ते हालात नहीं जाण वाले। गुरु साहब कहंदे सिखो हुणे जाना भाई बाला दी नाल। कहंदे पातशाह साहब एहो जी सिੱਖੀ कित्थों मिल जूगी? आ सिੱਖੀ सी गुरु नानक दे घर दी ਜਿਹੜੀ ਅੱਜ ਮਾਡਰਨ ਹੋਈ ਫਿਰਦੀ ਆ। ਗੁਰੂ ਸਾਹਿਬ ਦਾ ਨਾਮ ਮਾਫ ਕਰਿਓ ਅੱਜ ਤੇ ਬਹੁਤ ਮਾੜੇ ਹਾਲ ਨੇ ਸਾਡੇ। ਜਦੋਂ ਇਹਨਾਂ ਸਿੱਖਾਂ ਦਾ ਜੀਵਨ ਪੜ੍ਹਦੇ ਆ ਨਾ ਸੱਚੀ ਸੱਚ ਪੁੱਛੋ ਮੈਂ ਆਪਣੀ ਗੱਲ ਦੱਸਦਾ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ। ਜਦ ਮੈਂ ਕਥਾ ਕਰਕੇ ਜਾਣਾ ਨਾ ਰਾਤ ਤੱਕ ਦਿਮਾਗ 'ਚ ਚੱਲਦਾ ਰਹਿੰਦਾ ਵੀ ਅਸੀਂ ਬਖਸ਼ੇ ਕਿੱਥੇ ਜਾਵਾਂਗੇ। ਜਿਹੜੇ ਸਾਡੇ ਹਾਲਾਤ ਨੇ ਐਡੇ ਮਹਾਨ ਸਿੱਖ ਐਡਾ ਨੀਵਾਂ ਜੀਵਨ ਨਿਮਰਤਾ ਵਾਲਾ ਤੇ ਸਾਡੇ 'ਚ ਤੇ ਹੰਕਾਰ ਹੀ ਇੰਨਾ ਭਰਿਆ ਹੋਇਆ। ਭਾਵੇਂ ਅਸੀਂ ਕੋਸ਼ਿਸ਼ ਕਰਦੇ ਆ ਨਿਮਰਤਾ ਵਿੱਚ ਰਹਿਣ ਦੀ पर फिर भी किते ना किते हौमे खड़ी है विच। गुरु बख्शे किते कड़का मिल जाए ना भला ही हो जाए जी बंदा। अज लाल पन्नू उस वेले उठे ने मारी लोई दी बुकड़ जिहो जे कपड़े पाए सी ओहो जे तैयार होने का समा नहीं मुक्या। ये नहीं किया महाराज कुछ समय की मोहलत दे दिओ ना गुरां कोलों कोई माया मंगी है। धन भाग अपने कर जाने पतरी नानक दर्शन माने। गुरु अंगद देव महाराज ने एक बार भी नहीं कहा सिखा जांदा पैसे ले जा राह दा खर्चा ले जा। किहो जे सिख होने किहड़ी मिट्टी दे बने होने? कहंदे महाराज ये ते मेरे बड़े वड्डे भाग ने गुरु नानक साहब दी जन्म पतरी नूं स्पर्श करन दा सुभाग मिलू। शरधा ए शरधा इहनूं कहंदे आस्था इहनूं कहंदे निश्चा। ते साडा आस्था निश्चा पता किहड़ा है? ਜਿਹੜੀਆਂ ਤੇ ਸਾਡੀਆਂ ਅਰਦਾਸਾਂ ਇਦਾਂ ਲੱਗੀਆਂ ਜਿਵੇਂ ਹਾਈ ਕੋਰਟ ਲੱਗੀਆਂ ਹੁੰਦੀਆਂ ਨਾ ਵੀ ਜੇ ਤੇ ਪੂਰੀਆਂ ਹੋ ਗਈਆਂ ਫਿਰ ਤੇ ਬਾਬਾ ਬੜੀ ਕਿਰਪਾ ਤੇਰੀ ਸਾਡੇ ਤੇ ਅਸੀਂ ਤੇਰੇ ਆ। ਤੇ ਜੇ ਤੂੰ ਸਾਡੀ ਅਰਦਾਸ ਅਰਦੂਸ ਨਾ ਸੁਣੀ ਫਿਰ ਹੋਰ ਬੜੇ ਆ। ਆਹ ਹਾਲਤ ਦੁਨੀਆ ਦਾ। ਉਹ ਕਿਹੜੀ ਸ਼ਰਧਾ ਸ਼ੁਰਧਾ ਦੀਆਂ ਗੱਲਾਂ ਕਰਦੇ ਹੋ? ਮਾਫ ਕਰਿਓ ਜਿੱਥੇ ਮੇਰਾ ਕੰਮ ਬਣਦਾ ਮੇਰੀ ਸ਼ਰਧਾ ਹੀ ਆ। ਆਖੋ ਸਤਿਨਾਮ। ਸਾਡੀ ਸ਼ਰਧਾ ਕੇਵਲ ਕੰਮਾਂ ਧੰਦਿਆਂ ਤੱਕ ਜੁੜੀ ਹੋਈ ਹੈ ਇਹ ਤੋਂ ਵੱਧ ਕੇ ਕੁਝ ਨਹੀਂ ਹੈ। ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਨਾ ਪੜ੍ਹ ਕੇ ਵੇਖੋ ਭਾਈ ਭਿਖਾਰੀ ਦਾ ਜੀਵਨ ਪੁੱਤ ਦੀ ਲਾਸ਼ ਅੱਖਾਂ ਸਾਹਮਣੇ ਪਈ ਕਹਿੰਦੇ ਮਰਦ ਸ਼ੁਕਰ ਆ ਤੇਰਾ ਸ਼ੁਕਰ ਆ ਤੇਰਾ। ਉਹ ਜੀ ਤੇ ਕਿਰਪਾ ਹੈ ਪਰਮਾਤਮਾ ਦੀ। ਗੁਰੂ ਕਲਗੀਧਰ ਮਹਾਰਾਜ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਇੱਕ ਵਾਰ ਵੀ ਨਹੀਂ ਕਿਹਾ ਤੂੰ ਮਾੜਾ ਕੀਤਾ। ਤੇ ਅਸੀਂ ਤੇ ਸਾਡਾ ਕੰਮ ਕੋਈ ਖਰਾਬ ਹੋ ਜੇ ਉਦਣੇ ਰੱਬ ਨੂੰ ਦੋਸ਼ ਦੇਣ ਲੱਗ ਜਾਂਦੇ। ਮੁੰਡਾ ਕੁੜੀ ਪੜ੍ਹਦੇ ਆਪ ਨਾ ਹੋਣ ਸਾਰੀ ਜ਼ਿੰਦਗੀ ਰੱਬ ਨੂੰ ਕੋਸੀ ਜਾਣਾ ਲੈ ਮਹਾਰਾਜ ਨੇ ਆਹ ਪਾਸ ਨਹੀਂ ਕਰਾਇਆ ਉਹ ਨਹੀਂ ਕਰਾਇਆ ਵੀ ਇਹਨਾਂ ਕੋਲ ਨੈਟਫਲਿਕਸ ਦੇਖਣ ਤੋਂ ਬਿਨਾਂ ਤਾਂ ਟਾਈਮ ਨਹੀਂ ਕੋਈ। ਸਾਰੀ ਰਾਤ ਤੇ ਟੀਵੀ ਦੇਖਦੇ ਰਹਿੰਦੇ ਆ। ਤੇ ਜੇ ਹੁਣ ਪਿੱਛੇ ਰਹਿ ਗਿਆ ਤੇ ਬਾਬੇ ਨੇ ਕਰਤਾ। ਜੇ ਪਾਸ ਹੋ ਗਿਆ ਪੁੱਤ ਧੀ ਮੇਰੇ ਤੇ ਪੜ੍ਹਦਾ ਹੀ ਬੜਾ ਸੀ ਜੀ ਦਿਨ ਰਾਤ। ਆ ਸ਼ਰਧਾ ਸਾਡੀ ਇੱਥੇ ਤੱਕ। ਜੇ ਮਰਦ ਕਿਰਪਾ ਕਰ ਦੇਣ ਕਿਤੇ ਇਹਨਾਂ ਸਿੱਖਾਂ ਵਾਲਾ ਇੱਕ ਕਣਕਾ ਵੀ ਆ ਜੇ ਤੇ ਜੀਵਨ ਬਦਲ ਜਾਏਗਾ। ਇੱਕ ਕਣਕਾ ਚਾਹੀਦਾ ਜ਼ਿਆਦਾ ਨਹੀਂ। ਲਾਲਾ ਪੰਨੂ ਉੱਠੇ ਜਿਹੜੇ ਕੱਪੜੇ ਪਾਏ ਲੋਈ ਦੀ ਮਾਰੀ ਬੁੱਕਲ ਕਹਿੰਦੇ ਭਾਈ ਬਾਲਾ ਜੀ ਧੰਨ ਹੋ ਤੁਸੀਂ।
जिन्हां ने इस गरीबड़े सिख ते कृपा कीती, परोपकार कीता, ये सुभाग बख्शिया है। बंदन कर सुन सत करतार, चलत भाई नानक उर तार। भाई बाला जी नंगे पैरी आए सी तलवंडी तो दौड़ के, लाल पन्नू नाल चल पिया नंगे पैरी, मत्था मर्द नूं टेकिया, निकल लगे। गुरु अंगद देव पातशाह कहते सत करतार, ये बचन की दे उसे जोत दे उही रूप विच सत करतार कहंदे आ। भाई बाला जी ने नमस्कार की, सीस लई बाहर आ गए। कोई आस नहीं सानू रथ मिलूगा, गड्ढा मिलूगा, मर्द ने माया कोई नहीं दिती, कुछ भी नहीं दिता। सहज सुभा आख्या चले जाओ। हुण कित्थे खडूर साहब जी, कित्थे साबो की तलवंडी। अज भी एरियल व्यू वेख लो किन्ने किलोमीटर बनता है। भाई बाला जी नूं नाल लैके वाहिगुरू वाहिगुरू करदे, कहंदे दरबार तो बाहरों नमस्कार कीती, नंगे पैर चल पए। मग में महिमा अमी खटंतर, कहत सुनत जुग चलत निरंतर। ना सिखा ने कोई कन्वेंस मंगी, साधन मंगिया, ते ना गुरु अंगद देव पातशाह ने कहा भी सिखो गड्ढा ही लै जाओ जांदे होए। उन्हां समयां दे गड्ढे ते घोड़े गुरु घर दी शान सी, राजे महाराजे वरतदे सी, एक बार भी नहीं कहा मर्द। ये की है? इस सिख ते गुरु दा प्रेम है। अज सानू कोई साडा रिश्तेदार भी काम कहते ना, मित्र दोस्त भी मेरा काम है भाई आ चीज फड़ाया, 100 बार पुछी दी है भी गड्डी दी टैंकी च तेल हैगा, तेरी वो लेके जानी है, क्यों मैं तेरे पिछे तेल क्यों फूका? प्रेम कित्थे वेखो। भाई बाला जी चले ने लाल पन्नू सिख दे नाल, दोनों एक दूजे नूं जाणदे नहीं, पहली बार मिले आ, इकट्ठे गुरु नानक साहब दी गल्लां करदे करदे तुर के जा रहे आ जी, तुर के। अजे ते अमृतसर साहब भी बहुत दूर है, कित्थे आ वो इलाका? नंगे पैर, जोड़ा भी कोई। किधर जा रहे आ? तलवंडी नगर, जो राय भोए दी वसदी है। पहुंचे जब तलवंडी जाई, लालू आले मिले आई। कहते चलते चलते 1-2 दिन लग गए, तुर के जा रहे। जो तलवंडी नगर के नेड़े आए ना, काफ़ी दूरी तो जो नगर की जूह दिसनी शुरू हो गई, वो दोनों प्यारियां ने उस नगर नूं दूरों मत्था टेकिया। माफ करियो, धार्मिक अस्थानां ते रहण वालियां दी शरधा दा आवा उद्या होया। वेखो जाके मंदिरां में, वेखो जाके दुनिया दे हाल। धन ने भाई बाला जिस नगर विच वसदे आ, जिहड़ा रब उन्हां दा दोस्त है। तुसीं एक गल है जी, तुहाडा रिश्तेदार किड्डा मर्जी महान होवे, तुहाडे लई की आ, की चीज़ है तुहाडी? कुछ भी नहीं। चाहे जिड्डा मर्जी मंत्री लग्या फोन ते, हैलो ए काम क्या सी तैनूं कीता, इदां ही बोलदे हैं ना। ते गुरु नानक साहब दे यार ने, यारां दे यार भाई बाला दी, ते वो यारी दे विच रह के भी कदे कोई नहीं बोलिया, अख चुक के नहीं वेखिया। तो यारी कितनी सच्ची होगी। उस सज्जण दे नगर विच आए ने, बेशक उस नगर दे आप बशिंदे ने, कहंदे फिरनी ते जूह ते मत्था टेकिया, लाल पन्नू दी अखां भर आईयां, कहंदे शुक्र है दाता, तेरी उस धरती नूं स्पर्श करन दा मौका मिलिया जिथे तुसीं आप आए हो। कहंदे चलदे चलदे भाई बाला जी दे नाल पिंड दे विचकार आ गए, जिथे गुरु नानक साहब जी दा घर सी। अजकल ननकाना साहब अस्थान है, यही था जिथे मर्द का अपना जद्दी पुश्ती घर सी। कहते जो बेड़े विच वड़े ना, मंजी उत्ते सोटी लैके बैठे सन लालू जी, लाल चंद। हुण घर च प्रवेश होए, आउण सारी नमस्कार करते, गुरु नानक दा घर है। मैं कहना अज भी करतारपुर साहब की धरती ते जाके वेखो, इंडिया दीयां संगतां बॉर्डर नूं मत्था टेकदियां जांदियां ने, दिल भरिया हुंदा, हूक निकलदी अंदरों, महाराज एडे वड्डे भाग तुसीं दर्शन बख्शदे। मैं रोंदियां वेखियां संगतां ते उन्हां सिखां दे अंदर किन्ना प्यार होना, जद गुरु नानक साहब दे उसे घर विच आए जिहड़ा उसे हालत विच खड़े है। थोड़े दिनां दी गल्लां, नमस्कार कीती, भज के लाल चंद जी दे पैरां ते पै के कहंदे जी चरनी पैंदे आ। हुण जमाने दा इन्ना ही फर्क है, अगे लोग पैरी पैंदे सी, हुण गल पै जांदे आ। खुदा दा नाम, इन्ना की फर्क है। 5 फुट उच्चे उठे आ, पैरां तो गल ते आ गए। पर उन्हां समयां दे विच बाणी भी लिखदी, भाई गुरदास लिखदे आ, पैरी पवना
जग वरताया, वड्डियां दे पैरी पिया जांदा सी, नमस्कार कीती जाती सी, नावे सतगुरां तक ये मर्यादा चलती रही। कहते लाल चंद जी के चरणों से जो मत्था टेकिया बजुर्ग से उठा नहीं सी जाता। कहते भाई कौन हो तुसी? भाई बाला जी ने बड़े कोले हो के ना प्यार विच कहते मैं ते बाला जी चंद्रभान दा पुत्त। कहते अच्छा पुत्त किवें है? देखो ये परिवार सी उदों रिश्तेदारां तो वध के हुंदे सी पिंड दे गवांढ। ओए हुण ते ना गवांढी अपने ना रिश्तेदार अपने। आखो सतनाम। कौन अपना? फेसबुक जिंदाबाद, इंस्टा जिंदाबाद, स्नैपचैट जिंदाबाद, आही रिश्तेदार ने साडे। होर कौन है? कल्ला बंदा जंगल विच बैठा भी इन्हां 'च ही फसिया रहिंदा। घर दे कोल बैठे वो दूर ने ते दूर वाले कोल ने। अज ते कलयुग दा इत्थे बोलबाल है। लालू जी कहंदे बह जाओ भाई पानी मंगाओ। परिवार वालियां नूं किहा हुण उन्हां दे पुत्तर भी घर दे विच ने। भाई बाला जी मंजी ते नहीं बैठे, ऊंजे बैठे। लालचंद कहते पुत्रा उपर बैठ। ये कौन है? कहते जी ये गुरु नानक साहब के घर का सिख है लाल पन्नू। कहते चाचा जी ने दोनों हाथ जोड़े, बुजुर्ग ने हाथ कंबदे। कहते जी आया नूं भाई। इन्नी निमरता वाला अज मिल जू कोई? दसो तो सही। मैं कहना किसी सिख के घर की बैल बजा के बड़ा जा पर जो 100 वाल कढ़दा होना तो किहड़ा बजा के आऊगी। गुरु घर जाते किते चरण गंगा च ठंडा पानी पाया होवे ना, मेरे वर्गा मसंद अंदर वड़दा 100 गाल कढ़दा भी लगी गर नहीं ला सकते, पानी गर्म नहीं कर सकते, कितना कुछ बोलते हैं। पर जीवन होवे ते ऐसा होवे, क्योंकि लाल चंद ओ ने गुरु साहब दे चाचा दी बार बार बंदना उन्होंने चढ़ना, बार बार जिन्हों ने मर्द नूं गोल च भी खड़ाया होना, झिड़किया भी होना, नाल लैके मोढियां ते बिठा के भी तुरदे होने। इसे करके लाल पन्नू ने लाल चंद जी दे चरणों ते सिर रखदा बना, क्योंकि पिता समान ने सुख शांत पूछी है, प्यार दे बचन विलास होए ने। कर बंधन पुन बचन उचारा, सुन लालू एक पर उपकारा। कहते जदों बचन चलते रहे ना, भाई बाला जी कहते चाचा जी अगे ना पिंडां च सारे चाचे ताए हुंदे सी, नानके चले जाईदा सी, सारियां मासियां हुंदियां सी, ते मैं आप वेखिया। ते हुण सगा चाचा भी होवे, अंकल जी, सारे रिश्ते एक अंकल दे विच ही आ गए, चाचा मामा ताया इकट्ठे लपेटते। ते ना हुण अंकलां च प्यार, आंटियां च प्यार, पुछदा कोई जी अजकल? बस खत्म है, शॉर्टकट जमाना, रिश्ते कादे व्यापार बन गए। कहते चाचा जी पिंडां च अज भी जाओ ना तुसीं, चाचा ताया बुलाया जाता, जात पात नहीं किसी की वेखी जाती, अच भी किरपा है। कहते चाचा जी एक परोपकार वाला काम है। कहते पुत्र दस। कहते काम तो छोटा है बड़ा भी है, जे तुसी कृपा करो तो हो सकता है। चाचा लालू जी बड़े प्यार च कहते पुत्र काम कीतियां ही तो होंदे आ, दसो तो सही। कहते चाचा जी एक काम आया, बड़ी दूरों आए, आस है सानू निराश नहीं करोगे। दोहरा सो दियो हम जो गुर पयो, अंगद परम निदान। लाल चंद कहते पुत्र काम दस। भाई बाला जी कहते चाचा जी सब तो पहला वड्डी खुशखबरी सुनो। कहते पुत सुना। कहते असीं गुरु सोध लिया। सोधियो तो भाव इत्थे शब्द अर्थ है लभ्या। कहते सानू गुरु नानक साहब लभ गए। कहते आ शब्द सुनिया लाल चंद जी दियां बुजुर्ग अखां चों हंझू तिप तिप। कितना प्यार सी, पता सी उन्हां नूं ये चाचा ही जानदा सी वो रब सी। जद गुरु नानक साहब दा नाम उन्हां दे जमाती उन्हां दे सज्जण तो सुनिया, कहंदी अखां सेजल हो गईयां। कहंदे पुੱਤ की कहना है? कहंदे हाँ चाचा जी सचमुच असीं गुरु नानक साहब नूं लभ लिया। ते चाचा जी ने तो सुनिया भी गुरु नानक साहब महाराज ज्योति जो समा गए, पता ही नहीं लग्या शरीर कितने। दुख तो है ना परिवार लई, संस्कार नहीं होया, समाज दी रस्मां ने दुख तो हुंदा है, पर वो कहंदे गुरु नानक साहब दी जोत असीं खोजी है, लभ लई है, सानू प्राप्त हो गए ने। श्री नानक पुन तिन लिखै विखै, भेद ना को जान। कहते बैठिया बैठिया अपनी सोटी पलंगे दे नाल लाती। चाचा लाल चंद दोने हाथ जोड़ के बुजुर्ग ने हाथ कंबदे कहते पुत्र किथे वेखिया नानक?
क्योंकि वो तो पुत्रा वर्गे उन्होंने। भाई बाला जी कहते उन्होंने जोत हूबहू उसे रूप च है। चाचा जी आप गुरु नानक ने सच्ची सुभाव का फर्क कोई नहीं, जोत वसदी है। गुरु नानक साहब महाराज ने जिन्होंने अपना रूप बनाया है उन्हों का जिक्र करते हाँ। चौपाई दीनी अंगद को गुर आई, इन पतरी तुम सो मंगवाई। भाई बाला जी कहते ओ ने गुरु अंगद देव पातशाह जिन्होंने लैना जी कहते सी। लाल चंद कहते अच्छा पुत्र लैने ने अंगद? कहते हाँ जी, क्योंकि जब करतारपुर साहब की धरती ते गुरु नानक साहब महाराज खेती करते सी, भाई लैना की सेवा दे विच अणथक सेवा करते सी। कि परिवार अनजान है? नहीं पता उन्होंने गोता गद्दी ते कौन है? बिल्कुल अनजान है, कोई शक नहीं है। हुण तुसीं देखो जी अज दे समय कोई माड़ा जिहा चेयरमैन बनया होवे ना टुटिया फुटिया जा, ਉਹਦੀਆਂ ਪੁਸ਼ਤਾਂ तक पता ਹੁੰਦਾ ਵੀ ਸਾਡਾ ਦਾਦਾ ਸੂਬੇਦਾਰ ਸੀ, ਬਾਅਦ ਚ ਆ ਅਸੀਂ ਫਲਾਣਾ ਕੀਤਾ ਉਹ ਕੀਤਾ, ਇੰਨੀ ਪੈਨਸ਼ਨ ਜਾਣਦੀ ਨਾ ਦੁਨੀਆ। ਦੇਖੋ ਗੁਰਗੱਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲੇ ਹੈ, ਪਰ ਲਾਲ ਚੰਦ ਅਣਜਾਣ ਦੇ ਚਾਚਾ ਜੀ। ਨਿਮਰਤਾ ਵੇਖੋ ਪਰਿਵਾਰ ਦੀ ਕਿੰਨੀ ਹੈ, ਕੋਈ ਡਾਂਗ ਸੋਟਾ ਨਹੀਂ, ਕੋਈ ਰੌਲਾ ਨਹੀਂ ਵੀ ਉਹ ਤੇ ਸਾਡਾ ਬੱਚਾ ਹੈ। ਜਦ ਸੁਣਿਆ ਨਾ ਉਹਨਾਂ ਈਰਖਾ ਨਹੀਂ ਕੀਤੀ ਕੋਈ ਵੀ ਲੈ ਸਾਡੇ ਮੁੰਡੇ ਦੀ ਥਾਂ ਤੇ ਕੋਈ ਕਿੱਦਾਂ ਬਹਿ ਗਿਆ, ਉਹ ਤਾਂ ਸਾਡੀ ਥਾਂ ਹੈ ਜੀ। ਪਰ ਜਦੋਂ ਬਚਨ ਸੁਣਿਆ ਭਾਈ ਬਾਲਾ ਜੀ ਦੇ ਕੋਲੋਂ ਕਹਿੰਦੇ ਹੱਥ ਦੋਨੇ ਜੁੜ ਗਏ, ਉਹ ਖੋਲੇ ਨਹੀਂ ਉਹਨਾਂ ਨੇ। ਕਹਿੰਦੇ ਜੀ ਭਾਈ ਲਹਿਣੇ ਨੂੰ ਗੁਰਗੱਦੀ ਬਖਸ਼ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਰੂਪ ਬਣਾਇਆ ਹੈ। ਆ ਸਿੱਖ ਉਹਨਾਂ ਦੇ ਕੋਲੋਂ ਆਇਆ ਤੇ ਮੈਂ ਵੀ ਜਾ ਕੇ ਆਇਆ, ਮੈਂ ਅੱਖੀ ਦਰਸ਼ਨ ਕੀਤੇ ਨੇ ਗੁਰੂ ਨਾਨਕ ਸਾਹਿਬ ਦੇ, ਕਿਉਂਕਿ ਜੋਤ ਇੱਕੋ ਹੀ ਹੈ। ਤੇ ਜਦੋਂ ਸੁਣ ਕੇ ਕਹਿੰਦੇ ਪੁੱਤਰ ਬੜੀ ਖੁਸ਼ੀ ਹੋਈ ਮੈਨੂੰ, ਦੱਸੋ ਮੈਂ ਤੁਹਾਡੀ ਕੀ ਸੇਵਾ। ਬਜ਼ੁਰਗ ਕਹਿੰਦੇ ਸੱਚੀ ਅੱਜ ਵੀ ਉਧਰ ਦੇ ਲੋਕ ਇੱਦਾਂ ਦੇ ਨੇ, ਕੋਈ ਫਰਕ ਨਹੀਂ ਪਿਆ ਉਹਨਾਂ 'ਚ, ਜਾ ਕੇ ਵੇਖੋ ਤੇ ਸਹੀ ਕੋਈ ਫਰਕ ਨਹੀਂ। ਸੱਚੀ ਪੰਜਾਬ ਹੀ ਹੋ ਸੀ। ਭਾਈ ਬਾਲਾ ਜੀ ਕਹਿੰਦੇ ਹੁਣ ਕੰਮ ਤੇ ਆ ਗਏ ਜੀ, ਕੰਮ ਦੀ ਗੱਲ ਸੁਣ ਲਈ। ਗੁਰੂ ਅੰਗਦ ਦੇਵ ਮਹਾਰਾਜ ਨੇ ਸਾਡੀ ਡਿਊਟੀ ਲਾਈ ਹੈ, ਸਾਨੂੰ ਹੁਕਮ ਕੀਤਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਨਮ ਪੱਤਰੀ ਜੋ ਪੰਡਤ ਹਰਦਿਆਲ ਨੇ ਬਣਾਈ ਸੀ ਉਹ ਚਾਹੀਦੀ ਹੈ, ਉਹ ਲੈਣ ਆਏ ਆ। ਲਾਲਸ ਹੀਰਨ ਤਾਸ ਵਿਸਾਲਾ, ਸੁਣ ਕਰ ਸਿੱਖ ਪਠਿਓ ਤਤਕਾਲਾ। ਆ ਸਿੱਖ ਮਹਾਰਾਜ ਨੇ ਭੇਜਿਆ ਉਸ ਜਨਮ ਪੱਤਰੀ ਨੂੰ ਵੇਖਣ ਦੀ ਸਿਰਫ ਇੱਕ ਲਾਲਸਾ ਹੈ, ਇੱਕ ਚਾਹਤ ਹੈ, ਵਾਪਸ ਕਰ ਦਿਆਂਗੇ ਜੀ। ਕਿੰਨਾ ਪਿਆਰ ਹੋਣਾ ਗੁਰੂ ਅੰਗਦ ਦੇਵ ਮਹਾਰਾਜ ਜਿਹੜੇ ਆਪਣੇ ਸੱਜਣ ਦੀ ਇੱਕ ਨਿਸ਼ਾਨੀ ਵੇਖਣੀ ਚਾਹੁੰਦੇ, ਸਿਰਫ ਵੇਖਣੀ। ਜਦੋਂ ਲਾਲ ਚੰਦ ਜੀ ਨੇ ਸੁਣਿਆ ਭਾਵੁਕ ਹੋ ਗਏ, ਅੱਖਾਂ ਸਾਫ਼ ਕੀਤੀਆਂ, ਕਿਉਂਕਿ ਉਹ ਪੁਰਾਣੀਆਂ ਯਾਦਾਂ ਦੀ ਪਟਾਰੀ ਖੁੱਲ ਗਈ। ਕਦੇ ਇਸ ਵਿਹੜੇ ਵਿੱਚ ਗੁਰੂ ਨਾਨਕ ਖੇਡਦੇ ਹੁੰਦੇ ਸੀ, ਘਰ ਦੀਆਂ ਚੀਜ਼ਾਂ ਚੁੱਕ ਚੁੱਕ ਕੇ ਬਾਹਰ ਸੁੱਟ ਆਉਣੀਆਂ ਵੀ ਗਰੀਬਾਂ ਦੇ ਕੰਮ ਆ ਜਾਣਗੀਆਂ। ਮਾਂ ਤ੍ਰਿਪਤਾ ਨੇ ਕਦੇ ਸੋਟੀ ਚੁੱਕ ਲੈਣੀ, ਖੜ ਜਾਵੇ ਨਾਨਕਾ ਇੱਧਰ। ਹੁਣ ਉਹ ਦ੍ਰਿਸ਼ ਯਾਦ ਨਹੀਂ ਆਉਂਦੇ? ਭੱਜ ਕੇ ਆ ਕੇ ਚਾਚਾ ਜੀ ਦੀਆਂ ਲੱਤਾਂ ਨੂੰ ਚਿੰਬੜ ਜਾਣਾ, ਚਾਚਾ ਜੀ ਬਚਾ ਲਓ, ਕਿਉਂਕਿ ਪਿਆਰ ਇੰਨਾ ਸੀ, ਭਰਾਵਾਂ ਵਿੱਚ ਪ੍ਰੇਮ ਇੰਨਾ ਸੀ। ਕਲਿਆਣ ਚੰਦ ਝਿੜਕਦੇ ਸੀ, ਲਾਲ ਚੰਦ ਰੋਕਦੇ ਹੁੰਦੇ ਸੀ, ਕਹਿੰਦੇ ਵੇ ਕਲਿਆਣ ਚੰਦ ਕਾਲੂਆ ਕਿਉਂ ਝਿੜਕੀ ਜਾਂਦਾ, ਤੂੰ ਪਟਵਾਰੀਆਂ ਵਾਲਾ ਸੁਭਾਅ ਉੱਥੇ ਛੱਡ ਕੇ ਆਇਆ ਕਰ, ਘਰ ਨਾ ਲੈ ਕੇ ਆਇਆ ਕਰ, ਇਹ ਤੇ ਹੀਰੇ ਵਰਗਾ ਪੁੱਤਰ ਹੈ। ਕਹਿੰਦੇ ਅਥਰੂ ਸਾਫ਼ ਕੀਤੇ। ਭਾਈ ਬਾਲਾ ਜੀ ਕਹਿੰਦੇ ਸਾਡਾ ਮਕਸਦ ਨਹੀਂ ਸੀ ਤੁਹਾਡਾ ਦਿਲ ਦਿਖਾਉਣਾ, ਪਰ ਜੇ ਕਿਤੇ ਉਹ ਭਵ ਪੱਤਰੀ ਪ੍ਰਾਪਤ ਹੋ ਜੇ, ਗੁਰੂ ਅੰਗਦ ਦੇਵ ਮਹਾਰਾਜ ਭਾਵ ਗੁਰੂ ਨਾਨਕ ਸਾਹਿਬ ਬੜੇ ਪ੍ਰਸੰਨ ਹੋਣਗੇ। ਲਾਲੂ ਕਹੇ ਨਾ ਮੁਝ ਸੁਧ ਕੋ, ਭਵ ਪੱਤਰੀ ਤੁਮ ਜਾਚਿਤ ਜੋ। ਤੇ ਉਸ ਵੇਲੇ ਲਾਲੂ ਜੀ ਆਖਣ ਲੱਗੇ, ਕਹਿੰਦੇ ਪੁੱਤਰ ਮੇਰੀ ਉਮਰ ਵਡੇਰੀ ਹੋ ਗਈ ਏ ਤੇ ਮੁੱਦਤਾਂ ਦੀਆਂ ਗੱਲਾਂ ਨੇ, ਮੈਨੂੰ ਕੀ ਪਤਾ ਪੱਤਰੀ ਕਿੱਥੇ ਹੋਣੀ। ਸੱਚ ਬੋਲਦੇ ਆ ਉਹ, ਸਾਡੇ ਵਾਲਾ ਕੰਮ ਥੋੜੀ ਆਧਾਰ ਕਾਰਡ ਜੇਬ ਚ ਹੁੰਦਾ, ਕਹਿੰਦੇ ਹੈ ਨਹੀਂ ਅਸੀਂ ਕਰਦੇ। ਬੜੇ ਕੰਮ ਹੁੰਦੇ ਆ, ਬੜਾ ਕੁਝ ਏਦਾਂ ਹੁੰਦਾ, ਸਾਨੂੰ ਪਤਾ ਹੁੰਦਾ ਵੀ ਸਾਡੇ ਅਕਾਊਂਟ ਦੇ ਚੈੱਕ ਵੀ ਹੈਗੇ ਆ, ਚੈੱਕ ਦੇ ਕੇ ਕੰਮ ਬਣ ਜੂ। ਕਹਿੰਦੇ ਚੈੱਕ ਬੁੱਕ ਹੀ ਨਹੀਂ ਹੈਗੀ ਸਾਡੇ ਕੋਲ, ਤੇ ਝੂਠ ਦਾ ਹੀ ਪਟਾਰਾ ਸਾਡੇ ਕੋਲ ਤੇ 24 ਘੰਟੇ। ਫੇਰ ਅਸੀਂ ਕਹਿੰਦੇ ਬਾਬਾ ਨਾਨਕ ਬਖਸ਼ ਲੈ, ਕਿੱਥੇ ਬਖਸ਼ੂਗਾ? ਕਿਹੜੀ ਥਾਂ ਏ ਜਿਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰਿਵਾਰ ਲਈ, ਟੱਬਰ ਲਈ, ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਲਈ, ਆਪਣੇ ਲਈ ਪੈਰ ਪੈਰ ਤੇ ਝੂਠ ਬੋਲਣਾ। ਬੰਦਾ ਕਿਵੇਂ ਕਹਿ ਸਕਦਾ ਵੀ ਧੰਨ ਗੁਰੂ ਨਾਨਕ ਤੇਰੀ ਕਿਰਪਾ ਸਾਡੇ ਤੇ? ਔਖਾ ਹੋ ਰਿਹਾ। ਲਾਲ ਚੰਦ ਨੇਤਰ ਭਰ ਕੇ ਕਹਿੰਦੇ ਪੁੱਤਰ ਲੱਭਣੀ ਨਹੀਂ, ਸਦੀਆਂ ਪੁਰਾਣੀ ਗੱਲ ਹੈ, 70 ਦਹਾਕੇ ਹੋ ਗਏ ਆ,
70 72 75 साल ला लो, ਇੰਨੀ ਪੁਰਾਣੀ ਵਸਤੂ, ਨਾਲੇ ਉਹ ਵੀ ਇੱਕ ਕਾਗਜ਼ ਦਾ ਟੁਕੜਾ ਹੈ, ਉਹ ਕਿਹੜਾ ਕੋਈ ਗੱਡਾ ਵੀ ਖੜਾ ਰਹੂਗਾ। ਬੇਟੇ ਬਹੁਤ ਔਖੀ ਹੈ, ਕੋਸ਼ਿਸ਼ ਕਰ ਲੈਨੇ ਆ, ਪਰ ਮੈਨੂੰ ਜਿੱਥੋਂ ਤੱਕ ਪਤਾ ਹੈ ਉਹ ਪ੍ਰਾਪਤ ਹੋਣੀ ਨਹੀਂ। ਨਾਨਕ ਕੀ ਤੁਮ ਬਹੁਤ ਪਿਆਰੇ, ਹਮ ਸੋ ਕੋ ਸਭ ਭੇਦ ਵਿਚਾਰੇ। ਉਸ ਵੇਲੇ ਚਾਚਾ ਲਾਲੂ ਜੀ ਉੱਠੇ ਪਲਗੇ ਤੋਂ, ਕਹਿੰਦੇ ਬਾਲਿਆ ਸਾਰੀਆਂ ਗੱਲਾਂ ਛੱਡ ਪੁੱਤ, ਪਹਿਲਾਂ ਜੱਫੀ ਪਾ, ਗਲ ਲੱਗ, ਕਿਉਂਕਿ ਤੂੰ ਮੇਰੇ ਨਾਨਕ ਦਾ ਪਿਆਰਾ ਮਿੱਤਰ ਹੈ। ਆਖੋ ਸਤਿਨਾਮ। ਤੇਰੇ ਨਾਲ ਖੇਡਦੇ ਸੀ, ਤੇਰੇ ਨਾਲ ਰਹਿੰਦੇ ਸੀ। ਕਵੀ ਕਹਿੰਦੇ ਭਾਈ ਬਾਲਾ ਜੀ ਭਾਵੁਕ ਹੋ ਗਏ, ਗਲ ਲੱਗ ਕੇ ਹੋਏ। ਵਿਛੋੜਾ ਤੇ ਦੋਨੇ ਪਾਸੇ ਤੋਂ ਹੈ, ਠੀਕ ਹੈ। ਦੁਨੀਆ ਚਾਰੂ ਕਿਹਾ ਜਾਂਦਾ ਹੈ ਮਰਗ ਦਾ ਵਿਛੋੜਾ, ਜਿਹਨੂੰ ਹੋਇਆ ਉਹਨੂੰ ਪੁੱਛ ਕੇ ਤੇ ਵੇਖੋ ਉਹਦੀ ਜਿੰਦ ਜਾਨ ਕਿਵੇਂ ਸੁੱਕੀ ਹੈ। ਅੱਗੋਂ ਕਹਿੰਦੇ ਲਾਲ ਚੰਦ ਵੇ ਪੁੱਤਰਾ, ਤੇਰੇ ਤੇ ਨਾਨਕ ਵਿੱਚ ਮੈਂ ਫਰਕ ਨਹੀਂ ਰੱਖਿਆ। ਅੱਜ ਵੀ ਪਿੰਡਾਂ 'ਚ ਜਾ ਕੇ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ, ਉਹ ਨਹੀਂ ਸੀ ਫਰਕ ਰੱਖਦੇ ਕਿਸੇ ਨਾਲ। ਆਪਣਾ ਪੁੱਤ ਤੇ ਗਵਾਂਢੀ ਦਾ ਪੁੱਤ ਇੱਕੋ ਹੀ ਸੀ। ਹੁਣ ਤੇ ਘਰਾਂ 'ਚ ਵੀ ਫਰਕ ਹੈ, ਵੱਡਾ ਮੁੰਡਾ ਖਾਸ ਹੈ, ਛੋਟੀ ਕੁੜੀ ਖਾਸ ਹੈ। ਵਿੱਚ ਵਿਚਾਲ ਵਾਲਾ ਰੋਂਦਾ ਫਿਰਦਾ, ਕਹਿੰਦਾ ਯਾਰ ਆਪਾਂ ਨੂੰ ਤੇ ਬੂਟੇ ਨਹੀਂ ਦਿਵਾਉਂਦੇ। ਆਖੋ ਸਤਿਨਾਮ। ਕਰੀਏ ਕੀ, ਆਪਣੀ ਕੁੜੀ ਨੂੰ ਹੀ ਪਿਆਰ ਕਰਦੇ ਰਹਿੰਦੇ ਸਾਰਾ ਦਿਨ, ਤੇ ਕੁੜੀ ਕਹਿੰਦੀ ਲੈ ਇਹ ਆਪਣੇ ਪੁੱਤ ਨੂੰ ਕਰਦੇ ਆ। ਮਾਂ-ਬਾਪ ਵੰਡੇ ਹੋਏ ਆ। ਕਹਿੰਦੇ ਧੀ ਬਾਪੂ ਕੋਲੋਂ ਲੈਂਦੀ ਸਾਰਾ ਕੁਝ, ਤੇ ਮਾਂ ਕੋਲੋਂ ਪੁੱਤ ਲੁੱਟੀ ਜਾਂਦਾ। ਇੱਥੇ ਖੜੀ ਦੁਨੀਆ ਹੁਣ ਤੇ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ। ਲਾਲ ਚੰਦ ਕਹਿੰਦੇ ਪੁੱਤਰ ਕਿਵੇਂ ਲੱਭਾਂ, ਮੈਨੂੰ ਨਹੀਂ ਲੱਗਦਾ ਮਿਲੂਗੀ, ਪਰ ਤੂੰ ਗੁਰੂ ਨਾਨਕ ਸਾਹਿਬ ਦਾ ਪਿਆਰਾ ਪਰਮ ਮਿੱਤਰ ਹੈ, ਤੇਰਾ ਆਖਾ ਮੋੜਿਆ ਜਾ ਨਹੀਂ ਸਕਦਾ। ਗੁਰ ਅੰਗਦ ਹੈ ਕੈ ਸ੍ਰੀ ਚੰਦ। ਅਗਲਾ ਬਚਨ ਪੁੱਛਦੇ, ਕਹਿੰਦੇ ਪੁੱਤਰ ਮਾਫ ਕਰੀ, ਮੈਨੂੰ ਨਹੀਂ ਪਤਾ, ਸੱਚੀ ਦੱਸੀ ਗੁਰੂ ਕੌਣ ਨੇ? ਸ਼੍ਰੀ ਚੰਦ ਜੀ। ਜਾ ਗੁਰੂ ਅੰਗਦ ਦੇ ਮਹਾਰਾਜ, ਪਰਿਵਾਰ ਨੂੰ ਨਹੀਂ ਸੀ ਪਤਾ। ਹੁਣ ਸ਼੍ਰੀ ਚੰਦ ਦਾ ਨਾਮ ਕਿਉਂ ਆਇਆ? ਉਹ ਅਗਲਾ ਕਹਿੰਦਾ ਸੀ ਬਾਬੂਆ ਮੇਰਾ, ਜ਼ਮੀਨ ਮੇਰੇ ਨਾਂ ਗੱਦੀ ਮੇਰੇ ਨਾਂ ਗੱਦੀ ਲਾਈ ਬੈਠਾ ਸੀ ਕਰਤਾਰਪੁਰ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ। ਹੁਣ ਲੋਕੀ ਤੇ ਹੀ ਕਹਿੰਦੇ ਸੀ ਨਾ ਵੀ ਗੁਰੂ ਉਹੀ ਆ ਜੀ, ਕਿਉਂਕਿ ਪੁੱਤਰ ਹੈ। ਤੇ ਸੰਗਤਾਂ ਜਾਣਦੀਆਂ ਸੀ ਵੀ ਗੁਰੂ ਤੇ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਥਾਪਿਆ। ਬਾਬਾ ਸ਼੍ਰੀ ਚੰਦ ਨੇ ਆਪਣੇ ਸਮੇਂ ਬੜਾ ਵੱਡਾ ਪਖੰਡ ਕੀਤਾ, ਉਹ ਸਾਰਾ ਆਏਗਾ। ਬੇਸ਼ੱਕ ਗੁਰੂ ਰਾਮਦਾਸ ਪਾਤਸ਼ਾਹ ਨੇ ਗਲ ਲਾਇਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲ ਲਾਇਆ। ਜੇ ਉਹਨਾਂ ਵਿੱਚ ਔਗਣ ਸੀ ਤਾਂ ਹੀ ਨਹੀਂ ਮਹਾਰਾਜ ਨੇ ਬਖਸ਼ਿਆ, ਤਾਂ ਹੀ ਗੱਦੀ ਨਹੀਂ ਨਾ ਦਿੱਤੀ। ਇਹ ਨਹੀਂ ਕਿਹਾ ਜਾ ਸਕਦਾ ਵੀ ਬਾਬਾ ਸ਼੍ਰੀ ਚੰਦ ਮਾੜੇ ਨੇ, ਜਿਵੇਂ ਅੱਜ ਕੱਲ੍ਹ ਵਾਲੇ ਲੱਗੇ ਨੇ ਨਾ ਨਿੰਦਿਆ ਕਰਨ ਹਰ ਵੇਲੇ, ਬਾਬਾ ਸ਼੍ਰੀ ਚੰਦ ਏਦਾਂ ਨੇ ਜੀ ਓਦਾਂ। ਤੂੰ ਤੇ ਪੈਰਾਂ ਦੀ ਧੂੜ ਵੀ ਨਹੀਂ ਹੋ ਸਕਦਾ। ਕੇਵਲ ਗੁਰਤਾ ਗਤੀ ਵਾਲੇ ਗੁਣ ਉਹਨਾਂ ਵਿੱਚ ਨਹੀਂ ਸੀ, ਇਸੇ ਕਰਕੇ ਮਹਾਰਾਜ ਨੇ ਸਾਈਡ ਕੀਤਾ ਕਿ ਸਾਡਾ ਬਾਪੂ ਸਿਰ ਦਿਮਾਗ ਲੱਗਿਆ। ਇਹ ਕਹਿੰਦਾ ਵੇਖੋ ਦਿਨੇ ਧੁੱਪ ਚੜੀ, ਰਾਤ ਧੁੱਪ ਚੜੀ ਹੈ, ਦਰਖਤ ਨੂੰ ਮਠਿਆਈਆਂ ਲੱਗਦੀਆਂ ਨੇ, ਕਹਿੰਦੇ ਇਹ ਕੁਛ ਨਹੀਂ ਹੁੰਦਾ। ਉਹੀ ਗੱਲ ਅੱਜ ਵਾਲੇ ਕਰੀ ਜਾਂਦੇ ਆ। ਚਾਚਾ ਜੀ ਪੁੱਛਦੇ ਆ, ਕਹਿੰਦੇ ਇਹ ਗੱਦੀ ਸੱਚੀ ਸ਼੍ਰੀ ਚੰਦ ਕੋਲੇ ਹੈ ਜਾਂ ਭਾਈ ਲਹਿਣੇ ਕੋਲੇ ਹੈ? ਕਿਉਂਕਿ ਤੂੰ ਪਰਮ ਮਿੱਤਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਤੂੰ ਕਿਸੇ ਦਾ ਹਮੇਤੀ ਨਹੀਂ ਹੋਏਗਾ, ਕੋਈ ਪੱਖਪਾਤ ਨਹੀਂ ਕਰੇਗਾ। ਮੰਜੀ ਕਹਿ ਟਿਗ ਆਨੰਦ ਕੰਦ। ਉਹਨਾਂ ਸਮਿਆਂ ਦੇ ਵਿੱਚ ਗੁਰਤਾ ਗੱਦੀ ਸ਼ਬਦ ਨਹੀਂ ਸੀ ਪ੍ਰਚਲਿਤ ਹੋਇਆ। ਧਿਆਨ ਰੱਖਿਓ, ਇਹ ਕਥਾ ਬੜੀ ਪੁਰਾਤਨ ਚੱਲ ਰਹੀ ਹੈ, ਕੋਈ ਮਾਡਰਨ ਤਰੀਕੇ ਦੀ ਨਹੀਂ ਹੈ। ਗੁਰਗੱਦੀ ਸ਼ਬਦ ਜ਼ਿਆਦਾਤਰ 1900 ਦੇ ਦਹਾਕੇ ਵਿੱਚ ਚੱਲੇ ਹੈ। ਇੱਕ ਗੁਰਪੁਰਬ, ਇਹ ਨਵੇਂ ਸ਼ਬਦ ਨੇ। ਨਗਰ ਕੀਰਤਨ ਨਵਾਂ ਸ਼ਬਦ ਹੈ, ਸ਼ਤਾਬਦੀ ਨਵਾਂ ਸ਼ਬਦ ਹੈ, ਬੜੀਆਂ ਚੀਜ਼ਾਂ ਨੇ। ਕਦੇ ਮਹਾਨ ਕੋਸ਼ ਪੜ੍ਹ ਕੇ ਵੇਖਿਓ ਇਹ ਚੀਜ਼ਾਂ ਕਿੱਥੋਂ ਚੱਲੀਆਂ ਨੇ ਪਿਆਰਿਓ। ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਇੰਨੀਆਂ ਪ੍ਰਚਲਿਤ ਨਹੀਂ ਸੀ, ਉਸ ਸਮੇਂ ਦੇ ਮੁਤਾਬਕ ਹੋਰ ਸੀ। ਅਸੀਂ ਤੇ ਸਭ ਕੁਝ ਹੀ ਚੇਂਜ ਕਰਤਾ। ਸਾਡੇ ਕੋਲ ਹੈ ਕੀ ਹੈ ਪੁਰਾਣਾ? ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਬਗੈਰ। ਉਸ ਵੇਲੇ ਸ਼ਬਦ ਦੀ ਇੱਕ ਮਰਿਆਦਾ ਹੁੰਦੀ ਸੀ, ਮੰਜੀ ਸ਼ਬਦ ਵਰਤਿਆ ਜਾਂਦਾ ਸੀ। 22 ਮੰਜੀਆਂ ਤੇ ਸੁਣੀਆਂ ਸੀ। ਉਹ ਕਿਉਂ ਸੀ? ਕਿਉਂ ਬੈਠੇ ਸੀ? ਉਹਨਾਂ ਨੂੰ ਪਤਾ ਸੀ ਵੀ ਮੰਜੀ ਤੇ ਬਹਿਣ ਵਾਲਾ ਹੀ ਤੇ ਗੁਰੂ ਹੁੰਦਾ ਹੈ। ਚਾਚਾ ਜੀ ਪੁੱਛਦੇ ਆ, ਪੁੱਤਰ ਮੰਜੀ ਦਾ ਵਾਰਸ ਕੌਣ ਹੈ? ਮੰਜੀ ਤੋਂ ਭਾਵ ਪਲਗਾ, ਭਾਵ ਉਹ ਥਾਂ, ਉਹ ਆਸਣ ਜਿਹਦੇ ਪਰਥਾਏ ਭਗਤ ਲਿਖਦੇ ਨੇ ਦੁਨਿਆਵੀ ਤੌਰ ਤੇ, ਜਿਸ ਆਸਣ ਹਮ ਵੈਸੇ ਕੀਤੇ ਬੈਸ ਕਰੇ। ਇਹ ਹੁਣ ਮੰਜੇ ਦੀ ਗੱਲ ਕਰਦੇ ਆ ਕਿਤੇ ਵੀ ਜਿਹੜੇ ਮੰਜੇ ਤੇ ਮੈਂ ਬੈਠਾ ਉੱਥੇ ਹੁਣ ਮੈਂ ਕਹਾਂ ਜੀ ਇੱਥੇ ਮੈਂ ਕਥਾ ਕਰਦਾ, ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਆ ਕੇ ਕਰਕੇ ਕਿੰਨੇ ਕਰ ਜਾਣਗੇ ਮੇਰੇ ਤੋਂ। ਇਹਦੀ ਗੱਲ ਥੋੜਾ ਹੈ। ਜਾਂ ਮੇਰੇ ਘਰ ਵਾਲੇ ਬੈੱਡ ਦੀ ਗੱਲ ਥੋੜਾ ਏ। ਉਹ ਇੱਥੇ ਆਸਣ ਦਾ ਭਾਵ ਹੈ ਉਸ ਅਵਸਥਾ ਦਾ
जिस शरीर विच तू बैठा, जिहड़ी धरती ते तू बैठा ना, पता नहीं किन्ने बाह बीज के तुर गए, वो मंजी है, वो आसन है जिते बह के हुक्म चलता है। गुरु अंगद देव महाराज मंजी ते बैठे आ जा श्री चंद बैठे आ, उदों गुरगद्दी शब्द इन्ना प्रचलित नहीं सी होया। इत्थे दसम पिता दे वेले जद बाबा बुढ़ा जी उन्हां तो पहलां ये शब्द वरतदे सी, उदों भी मंजी शब्द आउंदा सी। गुरगद्दी शब्द बहुत घट सी, सिर्फ वरतिया जांदा सी गद्दी नशीन, भी खोना नहीं कोई। हुण गद्दी ते मंजी विच बहुत फर्क नहीं है, शब्द इक्को ही है, चीज़ भी इक्को ही है, बस बोली का फर्क है। भाई लैना बैठे आ या श्री चंद बैठे आ, क्योंकि कन्फर्म नहीं है, पक्का पता नहीं है। बजुर्ग ने, क्योंकि परिवार थोड़ा पूजा कराने वाला सी, मत्थे टेकाउण वाला सी ते जिमीदार सी, केवल एक गुरु नानक साहब सी परिवार दे विचों जिन्हां ने अपना भेद दिता नहीं। सुतने लई के सेवक पाए, तख्त बैस किस गुरता आए। ते बड़े प्यार च शब्द दोहराया, कहंदे गुरगद्दी सेवक ने पाई जां पुत ने पाई। ईरखा दसदी कहते भी जे सेवक कोल गद्दी चलो गेटों बाहर, साडे पुत दी थां सी ओ ते ओ किवें बह गया, है कुछ इहो जिहा। अज देखदे हो ना तुसीं साडे पंथ दे विच आ दस्तारबंदी पिछे लोकी पग्गां लाउंदे फिरदे, डांगा चंगी फिरदे, साडा बंदा मुखी बनाओ, साडा बनाओ। ये भेड़ चाल कित्थों आईयां, साजिश दे अधीन वाड़ियां गईयां ने, सानूं समझ नहीं आई। वक्त लंघ गया उस वेले, पुछया कहंदे सेवक कोले है जां श्री चंद जी कोले है, क्योंकि दावेदार ते अपनी बैठे आ। लक्ष्मी दास कहंदा सी मैं गुरु साहब दा पुत्तर आ, गुरगद्दी मेरे कोले है। अगे लक्ष्मी दास ने गद्दी देती अपने पुत्र धर्मचंद नूं, जो गुरु नानक साहब दा पोता सी। ये सारा कुछ आउणा अगे, गुरु ते किन्ने बने बैठे सी। ते अज भी जाओ डेरा बाबा नानक दी धरती ते किन्नियां गद्दियां लाई बैठे आ, किन्ने बैठे आ जी असीं मर्द दी वंश चों, असीं मर्द दी वंश चों। वंश चों नाल की हो जूगा, बहुत कुछ होंदा परिवार चों, पर लक्षण भी ते चाहीदे आ, गुण भी ते होने चाहिए आ। बाबा प्रीति चंद भी ते गुरु रामदास पातशाह दा पुत्र, फिर ते पूजा बनदी है नहीं, ऐसा कुछ नहीं है, गुणां दी पूजा है। बाबा श्री चंद बारे जो जिक्र आया, भाई बाला जी ने कोई ईर्खा नहीं विखाई कि वो गद्दी दे दावे करते थे। कहंदे चाचा जी गुरु नानक साहब महाराज ने अपने सेवक की सेवा तो प्रसन्न होके सेवक काओ सेवा बने आई, क्यों बनी? हुक्म बूझ उन्हां हुक्म बुझिया मन्निया है, तां परम पद गद्दी मंजी प्राप्त हुई है। दोहरा कह बाला अंगद गुरु यह श्री नानक आप। जदों कहते चाचा जी ने सुनिया सीस नवाया, कहते ओ नानक अंगद किथे वसदे ने। कोई ईर्खा नहीं है भी मेरे साडे पोतियां कोल नहीं आई, भी तो साडी वारस है, विरासत है। बड़े प्यार च भाई बाला जी कहते मैं दर्शन करके आया खडूर साहब की पावन धरती ते गुरु अंगद देव पातशाह आप वरतदे ने। करतारपुर साहब तो गुरु नानक साहब ने आख्या सी गद्दी दे के पुरखा इथों गुप्त तरीके नाल चले जाओ, साडे बच्चियां ने तुहानू इत्थे रह नहीं देना, कलेश करनगे, इन्हां नू ज़मीनां चाहीदियां दे दिओ, असीं की जद के दे बचन सुनिया ना गुरु अंगद देव महाराज गुरगद्दी ते बैठे आ, लाल चंद जी हाथ जोड़ कहते धन गुरु नानक पातशाह तेरियां तुइयों जाने आखो सतनाम। घर तक भी किसी नूं भेद नहीं, गद्दी किहनूं दित्ती है? इहनूं कहते सतगुर, इहनूं कहते गुरु। इत्थे मेरे वर्गे नूं कोई माड़ा मोटा रुतबा मिलदा होवे ना ते 50 पिंडां नूं पता हुंदा है, पहला स्टेटस ठोकिया हुंदा फेसबुक ते भी लै सानूं ते आ चीज़ मिल गई, असीं इत्थे चले गए। ये फुकरबंदी है, पर वेखो निमरता परिवार नूं नहीं पता गद्दी दा वारस कौन है। जद गुरु अंगद देव महाराज बारे सुनिया इच्छा जाहिर कीती भी जे किते मैनू भी दर्शन हो जाण, आखो सतनाम। आए प्यार ये है परिवार गुरु नानक साहब दा। ऐसी निमरता सुन सुन के किते जीवन विच आ जाए। इतिहास क्यों सुनते हैं? इसे करके सुनते हैं, इतिहास नूं सुन के किते किड़का जाग जे अंदरों, गुरु दी कृपा हो जे। वाहिगुरू।